ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ ਉੱਥੇ ਧੱਕੇ ਨਾਲ ਆ ਗਏ ਇਹ ਤੇ ਆ ਕੇ ਥੱਲੇ ਬੈਠ ਗਏ। ਮੇਰੇ ਕਹਿਣ ਦਾ ਮਤਲਬ ਦੋਨੋਂ ਹੀ ਇਹ ਜਿਹੜੇ ਸਵਾਲ ਸੀਗੇ ਮੈਨੂੰ ਐਂ ਲੱਗਦੇ ਸੀ ਵੀ ਜਿਵੇਂ ਇੱਕ ਅਲੜ ਤੇ ਅਨਪੜ੍ਹ ਬੰਦਾ ਜਿਹੜਾ ਆ ਉਹ ਕਿਸੇ ਅਨਪੜ੍ਹ ਬੰਦਾ ਨੂੰ ਇਹ ਗੱਲ ਸੁਣਾ ਰਿਹਾ ਹੋਵੇ। ਤਾਂ ਸਾਨੂੰ ਪਤਾ ਲੱਗਾ ਜੀ ਤੁਸੀਂ ਮਾਸ ਵੀ ਖਾਂਦੇ ਹੋ। ਗੁਰੂ ਸਾਹਿਬ ਦੀ ਭੀੜ ਜਿਹੜੀ ਸੀਗੀ ਉਹ ਨਾਲ ਜਾਣ ਲਈ ਕੋਈ ਤਾਈਦ ਕੀਤੀ ਸੀ ਉਹਨਾਂ ਨੂੰ ਜਾਂ ਚੁੱਪ ਕਰਕੇ ਉਹ ਆਏ ਲੈ ਗਏ ਤੇ ਤੁਸੀਂ ਉਸ ਚੀਜ਼ ਨੂੰ ਕਬੂਲ ਕਰ ਲਿਆ ਉਸ ਸਮੇਂ? ਤੇ ਮੈਨੂੰ ਐਂ ਲੱਗਦਾ ਸੀ ਵੀ ਜੇ ਮੈਂ ਮਾੜਾ ਜਿਹਾ ਰਜਿਸਟ ਕੀਤਾ ਤੇ ਮੈਨੂੰ ਮਾਰਨਗੇ ਤੇ ਮੈਨੂੰ ਮਾਰ ਵੀ ਸਕਦੇ ਆ। ਮੈਂ ਜਿਹੜੀ ਉਹਨਾਂ ਨੂੰ ਇਹ ਚਿੱਠੀ ਲਿਖੀ ਆ ਉਹਦੇ ਵਿੱਚ ਆਖਰੀ ਮੇਰੀਆਂ ਲਾਈਨਾਂ ਨੇ ਪਰ ਜੇ ਤੇ ਤੁਹਾਡੇ ਬੰਦੇ ਆ ਇਹਨਾਂ ਨੂੰ ਜ਼ਬਤ ਵਿੱਚ ਰੱਖਣ ਦੀ ਨਸੀਹਤ ਦਿੱਤੀ ਜਾਵੇ। ਇੱਕ ਬੰਦਾ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਉਹਦਾ ਤੁਸੀਂ ਜਿਹੜਾ ਹੈਗਾ ਉਹ ਚੱਕ ਕੇ ਲਿਜਾ ਰਹੇ ਆ, ਤੁਸੀਂ ਸਰੂਪ ਮਹਾਰਾਜ ਦਾ ਚੱਕ ਕੇ ਲਿਜਾ ਰਹੇ ਆ ਕਿ ਉਹ ਮਹਾਰਾਜ ਦਾ ਪਾਠ ਵੀ ਨਾ ਕਰ ਸਕੇ। ਉਹ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਜਦੋਂ ਅਸੀਂ ਇਹ ਸਤਰ ਬੋਲਦੇ ਹਾਂ ਤੇ ਇਹ ਇਕੱਲੀ ਸਤਰ ਨਹੀਂ ਹੈ। ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਅਰਥਚਾਰਾ, ਪੰਜਾਬ ਦਾ ਸਮਾਜਿਕ ਢਾਂਚਾ ਤੇ ਪੰਜਾਬ ਦੀ ਸਿਆਸਤ ਤੇ ਇਹਦੇ ਨਾਲ ਰਲਦਾ ਮਿਲਦਾ ਹੋਰ ਬਹੁਤ ਕੁਝ ਇਸ ਇੱਕ ਸਤਰ ਦੇ ਨਾਲ ਬਹੁਤ ਕੁਝ ਕਹਿੰਦਾ ਨਜ਼ਰ ਆਉਂਦਾ ਆ। ਇਸ ਵੇਲੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਜਿਹੜਾ ਆ ਉਹ ਸਿਆਸੀ ਰੰਗਣ ਤਾਂ ਭਾਵੇਂ ਲੈ ਗਿਆ ਏ ਪਰ ਉਹਦੀ ਅਹਿਮੀਅਤ ਨੂੰ ਜਿਹੜਾ ਉਹ ਹਲਕੇ ਕਰਕੇ ਨਹੀਂ ਲਿਆ ਜਾ ਸਕਦਾ। ਇਸ ਸਭ ਦੇ ਦਰਮਿਆਨ ਬਹੁਤ ਕੁਝ ਇਹੋ ਜਿਹਾ ਵੀ ਹੋ ਵਾਪਰ ਰਿਹਾ ਹੈ ਪੰਜਾਬ ਦੇ ਵਿੱਚ ਜਿਹਦੀ ਚਿੰਤਾ ਕਰਨ ਦੀ ਵੀ ਜ਼ਰੂਰਤ ਹੈ ਤੇ ਉਹਦੇ ਉੱਤੇ ਚਿੰਤਨ ਕਰਨ ਦੀ ਵੀ ਜ਼ਰੂਰਤ ਹੈ। ਦਰਅਸਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ ਬਸੀ ਜਲਾਲ। ਉੱਥੇ ਇੱਕ ਰਿਟਾਇਰਡ ਪ੍ਰਿੰਸੀਪਲ ਨੇ ਜਸਵੰਤ ਸਿੰਘ ਹੋਰੀ ਜਿਨ੍ਹਾਂ ਦੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਇੱਕ ਦਿਨ ਸਤਿਕਾਰ ਕਮੇਟੀ ਦੇ ਮੈਂਬਰ ਆਉਂਦੇ ਨੇ ਤੇ ਉਹ ਸਰੂਪ ਆਪਣੇ ਨਾਲ ਉਠਾ ਕੇ ਲੈ ਜਾਂਦੇ ਆ। ਤਰਲੇ ਮਿੰਨਤਾਂ ਕੀਤੀਆਂ ਜਾਂਦੀਆਂ ਨੇ, ਸਰੂਪ ਰੱਖਣ ਦੀ ਵਾਪਸ ਮੰਗ ਕੀਤੀ ਜਾਂਦੀ ਆ ਪਰ ਉਹ ਸਾਰਾ ਕੁਝ ਨਹੀਂ ਹੁੰਦਾ ਵਾਪਰਦਾ। ਕਿਵੇਂ ਇਹ ਸਾਰਾ ਕੁਝ ਵਾਪਰਿਆ, ਕਾਰਨ ਕਿਹੜੇ ਦੱਸੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਚੁੱਕਣ ਦੇ ਤੇ ਸਤਿਕਾਰ ਕਮੇਟੀ ਨੇ ਕੀ ਸੱਚੀਓ ਹੀ ਸਤਿਕਾਰ ਕੀਤਾ ਜਾਂ ਕੁਝ ਹੋਰ ਹੋਇਆ ਉਹਦੇ ਵਿੱਚ, ਇਹਦੇ ਵਾਸਤੇ ਗੱਲਬਾਤ ਕਰਨ ਲਈ ਅੱਜ ਅਸੀਂ ਬਕਾਇਦਾ ਪਿੰਡ ਬਸੀ ਜਲਾਲ ਪਹੁੰਚੇ ਹੋਏ ਹਾਂ। ਰਿਟਾਇਰਡ ਪ੍ਰਿੰਸੀਪਲ ਜਸਵੰਤ ਸਿੰਘ ਹੋਰੀ ਸਾਡੇ ਨਾਲ ਮੌਜੂਦ ਨੇ। ਪ੍ਰਿੰਸੀਪਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਟੀਵੀ ਪੰਜਾਬ ਤੇ ਨਾਲ ਦੀ ਨਾਲ ਅਸੀਂ ਚਾਹੁੰਦੇ ਹਾਂ ਕਿ ਉਸ ਦਿਨ ਜਦੋਂ ਸਤਿਕਾਰ ਕਮੇਟੀ ਤੁਹਾਡੇ ਘਰ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਂਦੀ ਹੈ ਉਹ ਸਾਰਾ ਵਾਕਿਆ ਕਿਵੇਂ ਵਾਪਰਿਆ ਤੇ ਕਿਹੜੇ ਕਾਰਨ ਉਹਨਾਂ ਨੇ ਦੱਸੇ ਕਿ ਅਸੀਂ ਇਸ ਵਜ੍ਹਾ ਕਰਕੇ ਜਿਹੜਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇੱਥੋਂ ਚੱਕ ਕੇ ਲੈ ਜਾ ਰਹੇ ਹਾਂ। ਕਿਹੜੇ ਇਲਜ਼ਾਮ ਤੁਹਾਡੇ ਤੇ ਲਾਏ ਕਿ ਤੁਸੀਂ ਬੇਹੁਰਮਤੀ ਕਰ ਰਹੇ ਆ ਇਸ ਕਰਕੇ ਇੱਥੇ ਇਹ ਸਰੂਪ ਜਿਹੜਾ ਨਹੀਂ ਰਹਿ ਸਕਦਾ? ਮੈਂ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੁੱਖ ਦੇ ਵੇਲੇ ਮੇਰੇ ਇਸ ਤੇ ਤੁਸੀਂ ਇੱਥੇ ਹਾਜ਼ਰ ਹੋਏ ਹੋ ਤੇ ਮੈਨੂੰ ਕੋਈ ਗੱਲ ਕਹਿਣ ਦੀ ਜਿਹੜੀ ਆ ਉਹ ਮੌਕਾ ਗੱਲ ਕਹਿਣ ਦਾ ਜਿਹੜਾ ਮੈਨੂੰ ਮੌਕਾ ਦਿੱਤਾ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਜੋ ਮੇਰੇ ਕੋਲ ਆਲੇ ਦੁਆਲੇ ਹੋਰ ਸੱਜਣ ਜਿਹੜੇ ਆ ਉਹ ਸੁਣਦੇ ਹੋਣਗੇ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਵੀ ਇਹ ਮੇਰੀ ਗੱਲ ਜਿਹੜੀ ਆ ਉਹ ਮੀਡੀਆ ਤੱਕ ਜਿਹੜੀ ਆ ਇਹ ਪਹੁੰਚਾ ਰਹੇ ਆ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਬਾਕੀ ਦੋਸਤੋ ਗੱਲ ਇਹ ਆ ਵੀ ਇਹ ਜਿਹੜਾ ਵਾਕਿਆ ਹੈ 9 ਤਰੀਕ ਨੂੰ ਤਕਰੀਬਨ 4:15 ਵਜੇ ਇਹ ਕੁਝ ਬੰਦੇ ਜਿਹੜੇ ਆ ਉਹ ਆਪਣੇ ਹਥਿਆਰਾਂ ਸਮੇਤ, ਕਿਸੇ ਕੋਲ ਡਾਂਗ ਵੀ ਸੀਗੀ। ਮੈਂ ਇੱਕ ਹੁਣ ਮੀਡੀਆ ਵਾਲਿਆਂ ਨੂੰ ਡਾਂਗ ਵੀ ਉਹਨਾਂ ਦੀ ਦਿਖਾਲੀ ਆ ਜਿਹੜੀ ਉਹ ਮੇਰੇ ਘਰ ਛੱਡ ਗਏ ਆ ਜਾਂ ਰਹਿ ਗਈ ਉਹਨਾਂ ਦੀ। ਤੇ ਉਹ ਉਹਨਾਂ ਕੋਲ ਡਾਂਗਾਂ ਵੀ ਸੀਗੀਆਂ, ਟਾਕੂਏ ਵੀ ਸੀਗੇ, ਕਿਰਪਾਨਾਂ ਤਾਂ ਸੀ ਤੇ ਕੁਝ ਮੈਨੂੰ ਇਹ ਵੀ ਲੱਗਦਾ ਸੀਗਾ ਕਿ ਉਹਨਾਂ ਦੇ ਕੋਲ ਦੂਆ ਵੱਡਾ ਹਥਿਆਰ ਵੀ ਸੀਗੇ ਜਿਹੜੇ ਉਹਨਾਂ ਨੇ ਆਪਣੇ ਚੋਲਿਆਂ ਚਾਲਿਆਂ ਦੇ ਅੰਦਰ ਰੱਖੇ ਹੋਏ ਸੀ। ਇਸ ਕਰਕੇ ਮੈਂ ਉੱਥੇ ਇਕੱਲਾ ਸੀ ਬਿਲਕੁਲ, ਜਾਂ ਮੇਰੀ ਘਰ ਵਾਲੀ ਸੀ ਜਿਹੜੀ ਅੰਦਰਲੇ ਬੰਨੇ ਬੱਚੇ ਪੜ੍ਹਾ ਰਹੀ ਸੀ ਕਿਉਂਕਿ ਅਸੀਂ ਦੋਨੋਂ ਹੀ ਅਧਿਆਪਕ ਰਹੇ ਹਾਂ ਤੇ ਦੋਨੋਂ ਹੀ ਅਸੀਂ ਪਿੰਡ ਦੇ ਬੱਚੇ ਜਿਹੜੇ ਆ ਉਹ ਪੜ੍ਹਾ ਰਹੇ ਹਾਂ। ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ, ਮੁਫਤ ਅਸੀਂ ਉਹਨਾਂ ਨੂੰ ਵਿਦਿਆ ਦਾ ਦਾਨ ਦੇ ਰਹੇ ਹਾਂ। ਤੇ ਇਹਨਾਂ ਨੇ ਆਣ ਕੇ ਜਦੋਂ ਮੈਂ ਇਹਨਾਂ ਨੂੰ ਬੈਠਣ ਲਈ ਕਿਹਾ, ਆਓ ਜੀ ਕਿਹਾ, ਪਾਣੀ ਵੀ ਰੱਖਿਆ ਇਹਨਾਂ ਲਈ। ਇਹ ਪਾਣੀ ਪੂਣੀ ਦੀ ਬਜਾਏ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ ਉੱਥੇ ਧੱਕੇ ਨਾਲ ਆ ਗਏ ਇਹ ਤੇ ਆ ਕੇ ਥੱਲੇ ਬੈਠ ਗਏ। ਮੈਂ ਜਦੋਂ ਬਾਹਰੋਂ ਆਇਆ ਤਾਂ ਮੈਂ ਸਾਰਿਆਂ ਨੂੰ ਸਿਮਰ ਬੇਨਤੀ ਕੀਤੀ ਵੀ ਸਿੰਘ ਸਾਹਿਬ ਵੀ ਆਹ ਜਿਹੜੀ ਉੱਪਰਲੇ ਬੰਨੇ ਸਫਾਂ ਪਈਆਂ ਇਹ ਮੈਨੂੰ ਵਿਛਾ ਲੈਣ ਦਿਓ ਥੱਲੇ, ਤੁਸੀਂ ਉੱਤੇ ਬੈਠੋ। ਇਹਨਾਂ ਨੇ ਉਸ ਗੱਲ ਤੋਂ ਇਨਕਾਰ ਕਰਤਾ। ਇੱਕ ਬੰਦਾ ਗੁਰੂ ਸਾਹਿਬ ਦੀ ਤਾਬਿਆ ਬੈਠ ਗਿਆ ਤੇ ਬਾਕੀ ਜਿਹੜੇ ਸੀ ਮੇਰੇ ਨਾਲ ਬੈਠ ਗਏ। ਇੱਕ ਬੰਦਾ ਮੇਰੇ 'ਤੇ ਸਵਾਲ ਕਰਨ ਲੱਗ ਪਿਆ। ਜਿਹੜਾ ਬੰਦਾ ਸਵਾਲ ਕਰਨ ਲੱਗ ਪਿਆ ਉਹਦੇ ਨਾਂ ਦਾ ਮੈਨੂੰ ਬਾਅਦ 'ਚ ਪਤਾ ਲੱਗਾ ਵੀ ਉਹ ਕੌਣ ਆ, ਉਹ ਵੀ ਮੈਂ ਮਗਰੋਂ ਦੱਸਦਾ, ਪਰ ਉਹਨੇ ਸਵਾਲ ਜਿਹੜੇ ਕੀਤੇ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਕੀ ਸਵਾਲ ਕੀਤੇ ਆ। ਉਹਨੇ ਪਹਿਲੀ ਗੱਲ ਬੋਲੀ ਵੀ ਜੇ ਤੁਹਾਡੀ ਕਾਰ ਬਾਹਰ ਖੜੀ ਆ
ਤੇ ਉਹ 'ਤੇ ਲਿਖਿਆ ਆ ਇਹ ਵੀ ਦਾਤ ਤੇਰੀ ਦਤਾਰ, ਤੇ ਮੇਰੀ ਜਿਹੜੀ ਕਾਰ ਆ ਉਹਦੇ ਉੱਤੇ ਦਾਤਾ, ਇਹ ਤਾਂ ਗੱਲ ਤਾਂ ਕੋਈ ਵੀ ਮੈਂ ਇੱਕ ਲਫ਼ਜ਼ ਵੀ ਹੋਰ ਕੋਈ ਨਹੀਂ ਮੈਂ ਲਿਖਿਆ ਸਵਾਏ ਆਪਣੇ ਨੰਬਰ ਤੋਂ। ਫਿਰ ਉਹਨਾਂ ਨੇ ਜਿਹੜਾ ਸੀ ਦੂਸਰਾ ਸ਼ਬਦ ਕੀਤਾ ਵੀ ਗੁਰੂ ਗੋਬਿੰਦ ਸਿੰਘ ਜੀ ਉਹ ਉੱਥੋਂ ਜੇਲ੍ਹ ਦੇ ਵਿੱਚੋਂ ਆਪਣੇ ਜਿਹੜੇ ਉਹ ਕੈਦੀ ਛੁਡਾ ਕੇ ਲਿਆਏ ਸੀਗੇ, ਨਾ ਉਹਦਾ ਕੋਈ ਭੂਮਿਕਾ ਬੱਧੀ, ਨਾ ਉਹਦੀ ਕੋਈ ਗੱਲਬਾਤ ਕੀਤੀ। ਤੇ ਮੇਰੇ ਕਹਿਣ ਦਾ ਮਤਲਬ ਦੋਨੋਂ ਹੀ ਇਹ ਜਿਹੜੇ ਸਵਾਲ ਸੀਗੇ ਮੈਨੂੰ ਐਂ ਲੱਗਦੇ ਸੀ ਵੀ ਜਿਵੇਂ ਇੱਕ ਅਲੜ ਤੇ ਅਨਪੜ੍ਹ ਬੰਦਾ ਜਿਹੜਾ ਆ ਉਹ ਕਿਸੇ ਅਨਪੜ੍ਹ ਬੰਦਾ ਨੂੰ ਇਹ ਗੱਲ ਸੁਣਾ ਰਿਹਾ ਹੋਵੇ। ਤੇ ਮੈਨੂੰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਸਤਿਕਾਰ ਕਮੇਟੀ ਦੇ ਮੈਂਬਰ ਆ, ਤੇ ਫਿਰ ਤੁਸੀਂ ਦੇਖ ਲਓ ਵੀ ਇਹ ਪਹਿਲੀਆਂ ਜਿਹੜੀਆਂ ਗੱਲਾਂ ਹੋਈਆਂ ਇਹ ਵੀ ਇਹਦੇ ਵਿੱਚ ਕਿਹੜੀ ਸਤਿਕਾਰ ਕਰ ਰਿਹਾ ਸੀ ਉਹ, ਤੇ ਕਮੇਟੀ ਕਿਹੋ ਜਿਹੀ ਸਤਿਕਾਰ ਕਮੇਟੀ ਹੋ ਸੀਗੀ ਇਹੋ ਜਿਹੀ ਵੀ ਇਹ ਕੀ ਸਾਡਾ ਉਹ ਗੁਰੂ ਸਾਹਿਬ ਦਾ ਜਿਹੜਾ ਸਤਿਕਾਰ ਕਰਦੀ ਹੋਊਗੀ ਜਾਂ ਕੀ ਨਹੀਂ ਕਰਦੀ ਹੋਊਗੀ। ਤੇ ਉਹ ਮੈਨੂੰ ਉਸ ਵੇਲੇ ਪਤਾ ਨਹੀਂ ਸੀ ਕੁਝ ਵੀ। ਤੇ ਮੈਂ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਤੁਸੀਂ ਦੱਸੋ ਵੀ ਜਦ ਮੇਰੇ ਕੋਲ ਆਏ ਆ ਤੁਸੀਂ ਵੀ ਤੁਹਾਡਾ ਮਨੋਰਥ ਕੀ ਆ। ਉਹਨਾਂ ਨੇ ਆਉਂਦਿਆਂ ਹੀ ਮੇਰੇ 'ਤੇ ਸਵਾਲ ਇਹ ਸ਼ੁਰੂ ਕਰ ਦਿੱਤਾ ਵੀ ਤੁਸੀਂ ਬਾਹਰ ਗਏ ਸੀ, ਮੈਨੂੰ ਸਾਨੂੰ ਪਤਾ ਲੱਗਾ। ਮੈਂ ਹਾਂਜੀ ਗਿਆ ਸੀ। ਤੇ ਕਹਿੰਦੇ ਜੀ ਉਹ ਬੀੜ ਸਾਹਿਬ ਜੀ ਕਿੱਥੇ ਰੱਖੀ ਸੀ? ਮੈਂ ਕਿਹਾ ਜੀ ਅੱਗੇ ਤਾਂ ਜਿਹੜੀ ਬੀੜ ਸੀਗੀ ਉਹ ਮੇਰਾ ਇੱਕ ਇੱਥੇ ਦੋਸਤ ਆ ਜਾਂਦਾ ਸੀ, ਉਹ ਸਵੇਰ ਨੂੰ ਪ੍ਰਕਾਸ਼ ਵੀ ਕਰ ਜਾਂਦਾ ਸੀ, ਸ਼ਾਮ ਨੂੰ ਉਹਦਾ ਸੁੱਖ ਆਸਨ ਵੀ ਕਰ ਜਾਂਦਾ ਸੀ। ਪਰ ਜਦੋਂ ਐਤਕੀ ਮੈਂ ਗਿਆ ਤੇ ਮੈਨੂੰ ਉਹ ਬੰਦਾ ਨਹੀਂ ਲੱਭਾ, ਕਿਉਂਕਿ ਬੰਦਾ ਬਾਹਰ ਜਾ ਚੁੱਕਾ ਸੀ। ਤੇ ਇਸ ਕਰਕੇ ਫਿਰ ਮੈਂ ਭਾਈ ਸਾਹਿਬ ਕੋਲ ਗਿਆ ਆਪਣੇ ਗੁਰਦੁਆਰੇ ਦੇ ਕੋਲ। ਉਹ ਕਹਿਣ ਲੱਗੇ ਜੀ ਅਸੀਂ ਵੀ ਅਲਮਾਰੀ 'ਚ ਰੱਖਣਾ, ਤੁਸੀਂ ਅਲਮਾਰੀ 'ਚ ਰੱਖ ਲਓ। ਤੇ ਮੈਂ ਜਾਣਾ ਵੀ ਥੋੜ੍ਹਾ ਚਿਰ ਚਲੀ ਇਸ ਕਰਕੇ ਮੈਂ ਉੱਥੇ ਆਪਣਾ ਜਿਹੜਾ ਕਮਰਾ ਸੀ ਸਾਰਾ ਸਾਫ਼ ਕਰਕੇ ਧੋ ਕੇ ਜਦੋਂ ਮੈਂ ਜਾਣਾ ਸੀ, ਤੇ ਉਸ ਵੇਲੇ ਮੈਂ ਆਪਣੀ ਜਿਹੜੀ ਬਹੁਤ ਵਧੀਆ ਅਲਮਾਰੀ ਜਿਹਦੇ ਵਿੱਚ ਮੇਰੀਆਂ ਸੰਥੀਆਂ ਵੀ ਪਈਆਂ ਭਾਈ ਸਾਹਿਬ ਦੀਆਂ, ਭਾਈ ਕਾਹਨ ਸਿੰਘ ਨਾਭੇ ਦੀਆਂ ਕਿਤਾਬਾਂ ਵੀ ਪਈਆਂ, ਹੋਰ ਸਿੱਖ ਲਿਟਰੇਚਰ ਵੀ ਮੇਰੇ ਕੋਲ ਉੱਥੇ ਕਿਤਾਬਾਂ 'ਚ ਪਿਆ, ਮੈਂ ਉਹ ਸਾਰੀ ਖਾਲੀ ਕਰਕੇ ਤੇ ਮਹਾਰਾਜ ਦਾ ਉੱਥੇ ਜਿਹੜਾ ਸੀ ਉਹ ਸੰਤੋਖ ਕਰਕੇ ਤੇ ਮੈਂ ਚਲੇ ਗਿਆ 2 ਮਹੀਨੇ ਲਈ। ਇਹ ਮੇਰਾ ਸਮਝ ਲਓ ਵੀ ਇੱਕ ਇਹਨਾਂ ਨੇ ਨੰਬਰ 1 ਦਾ ਇਹਨਾਂ ਨੇ ਕਸੂਰ ਮੇਰੇ ਲਈ ਕੱਢਿਆ ਵੀ ਤੁਸੀਂ ਜੀ ਬੰਦ ਕਰਕੇ ਚਲ ਗਏ। ਨੰਬਰ 2 ਫਿਰ ਇਹ ਮੈਨੂੰ ਕਹਿੰਦੇ ਜੀ ਵੀ ਤੁਸੀਂ ਸਾਨੂੰ ਪਤਾ ਲੱਗਾ ਜੀ ਤੁਸੀਂ ਮਾਸ ਵੀ ਖਾਂਦੇ ਹੋ। ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ 3-4 ਸਾਲ ਹੋ ਗਿਆ, ਮੇਰਾ ਲੜਕਾ ਆਇਆ ਸੀ, ਪਰ ਲੜਕਾ ਜਦੋਂ ਆਇਆ ਸੀ ਉਹਨੇ ਆਪਣੇ ਖਾਇਆ ਸੀ ਤਾਂ ਮੈਂ ਲਾਗੇ ਸੀ ਉਹਦੇ, ਤੇ ਮੈਨੂੰ ਨਹੀਂ ਪਤਾ ਵੀ ਮੈਂ ਖਾਧਾ ਸੀ ਜਾਂ ਨਹੀਂ ਖਾਧਾ ਸੀ, ਪਰ ਮੈਂ ਮਾਸ ਦੇ ਲਾਗੇ ਨਹੀਂ ਜਾਂਦਾ। ਦੂਜੀ ਗੱਲ ਮੈਂ ਕਿਹਾ ਇਹ ਆ ਵੀ ਜਿੱਥੇ ਤੱਕ ਸਾਡੀ ਸਿੱਖ ਹਿਸਟਰੀ ਦਾ ਮਸਲਾ ਵੀ ਸਾਡੇ ਹਾਲ 'ਤੇ ਕੋਈ ਵੀ ਫੈਸਲਾ ਨਹੀਂ ਕਰ ਸਕਿਆ ਵੀ ਕੀ ਸਾਡੇ ਮਾਸ ਖਾਣਾ ਜਾਂ ਨਹੀਂ ਖਾਣਾ। ਤੇ ਇਸ ਕਰਕੇ ਜਿਹੜੀ ਆ ਮੈਂ ਅਗਲੀ ਗੱਲ ਇਹਨਾਂ ਨੇ ਮੇਰੀ ਸੁਣਦਾ ਜਿਹੜੀ ਗੱਲ ਸੁਣ ਲਈ ਮੈਂ ਉਤਸੁਕਤਾ ਨਹੀਂ ਦਿਖਾਈ, ਪਰ ਉਹ ਜਿਹੜੀ ਇਹ ਸੀਗੀ ਮਾਸ ਵਾਲੀ ਗੱਲ, ਇਹ ਐਕਚੁਅਲੀ ਇਹ ਸੀਗੀ ਵੀ ਮੈਂ ਨਹੀਂ ਖਾਂਦਾ ਮਾਸ, ਨਾ ਮੈਂ ਸ਼ਰਾਬ ਪੀਂਦਾ। ਇਹ ਮੈਨੂੰ ਕਹਿੰਦੇ ਜੀ ਤੁਹਾਡਾ ਮੁੰਡਾ ਸ਼ਰਾਬ ਪੀਂਦਾ ਹੋਊਗਾ। ਮੈਂ ਕਿਹਾ ਮੁੰਡਾ ਸ਼ਰਾਬ ਛੱਡ ਕੇ ਮੁੰਡਾ ਗੋਲੀ ਤੱਕ ਨਹੀਂ ਕਦੀ ਉਹਨੇ ਖਾਧੀ ਕਿ ਜਿਹੜੀ ਕੋਈ ਹੋਰ ਦਰਦੀ ਵੀ ਸਿਰ ਦੀ ਦਰਦੀ ਹੋਵੇ, ਤੇ ਮੁੰਡਾ ਜਿਹੜਾ ਮੇਰਾ ਇਹੋ ਜਿਹਾ ਕੰਮ ਨਹੀਂ ਕਰਦਾ। ਤਾਂ ਮੇਰੇ ਕਹਿਣ ਦਾ ਮਤਲਬ ਇੱਕ ਲਾਤਾ ਧੱਕੇ ਨਾਲ ਮੇਰੇ 'ਤੇ ਇਲਜ਼ਾਮ ਜੀ ਇਹ ਮਾਸ ਵੀ ਖਾਂਦਾ ਇਹ, ਤੇ ਹੋ ਸਕਦਾ ਇਹ ਤੋਂ ਇਲਾਵਾ ਹੋਰ ਵੀ ਕੋਈ ਲਾਇਆ ਹੋਵੇ। ਅਗਲਾ ਜਿਹੜਾ ਇਹਨਾਂ ਨੂੰ ਕੋਈ ਹੋਰ ਕੋਈ ਲੱਭਾ ਨਹੀਂ, ਮੇਰੀ ਅਲਮਾਰੀ ਫੁੱਲਣ ਲੱਗ ਪਿਆ ਜਿਹੜੀ ਕਿਤਾਬਾਂ ਵਾਲੀ ਆ। ਉਹ ਕਿਤਾਬਾਂ ਵਾਲੀ ਅਲਮਾਰੀ ਦੇ ਵਿੱਚ ਗੁਟਕੇ ਜਿਹੜੇ ਪੁਰਾਣੇ ਹੋਏ ਸੀ ਉਹ ਮੈਂ ਰੁਮਾਲ ਦੇ ਵਿੱਚ ਬੜੇ ਸਤਿਕਾਰ ਵਜੋਂ ਬੰਨ੍ਹ ਕੇ ਰੱਖੇ ਹੋਏ ਸੀ। ਇਹਨਾਂ ਨੇ ਉਹ ਫੁੱਲਣੇ ਸ਼ੁਰੂ ਕਰਤੇ। ਮੈਂ ਕਿਹਾ ਸ਼੍ਰੀਮਾਨ ਜੀ ਇਹ ਬਿਰਧ ਹੋ ਚੁੱਕੇ ਆ, ਮੈਂ ਰੱਖੇ ਹੋਏ ਆ, ਇਹ ਸਾਂਭ ਕੇ ਰੱਖੇ ਹੋਏ ਆ, ਖਿਲਾਰੇ ਨਹੀਂ ਹੋਏ, ਇਹਨੂੰ ਉੱਥੇ ਰੱਖ ਦਿਓ। ਤਾਂ ਮੈਨੂੰ ਨਹੀਂ ਪਤਾ ਵੀ ਇਹ ਲੈ ਗਿਆ ਉਹ, ਤੇ ਜਾਂ ਹਾਲੇ ਤੱਕ ਮੈਂ ਤਾਂ ਅਲਮਾਰੀ ਦੇਖੀ ਨਹੀਂ ਹਾਲੇ ਤਾਈਂ। ਸੋ ਮੇਰੇ ਕਹਿਣ ਦਾ ਮਸਲਾ ਇਹ ਆ ਵੀ ਜਿਹੜੇ ਇਹੋ ਜਿਹੇ ਬੰਦੇ ਆ, ਮੈਨੂੰ ਇਹ ਨਹੀਂ ਹਾਲੇ ਤੱਕ ਵੀ ਸਮਝ ਆਈ ਵੀ ਕੀ ਇਹ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਆ ਜਾਂ ਪੰਜਾਬੀ ਭਾਸ਼ਾ ਦਾ ਸਤਿਕਾਰ ਕਰ ਰਹੇ ਆ ਜਾਂ ਮਤਲਬ ਕੋਈ ਇਸ ਹੋਰ ਸਿਹਤਮੰਦ ਸਮਾਜੀ ਕੰਮ ਕਰ ਰਿਹਾ। ਮੈਂ ਇਹ ਨੁਕਤੇ ਵੀ ਆਪਾਂ ਜ਼ਰੂਰ ਵਿਚਾਰਨੇ ਆ, ਪਰ ਜੋ ਉਸ ਦਿਨ ਵਾਪਰ ਰਿਹਾ ਸੀਗਾ ਉਸ ਸਭ ਦੇ ਦਰਮਿਆਨ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਬਹਿਸ ਮੁਸਾਬੇ ਵੀ ਹੋ ਜਾਂਦੇ ਨੇ ਇੱਦਾਂ ਦੇ ਹਾਲਾਤਾਂ ਦੇ ਵਿੱਚ, ਤੇ ਉਹਨਾਂ ਬਹਿਸ ਮੁਸਾਬਿਆਂ ਦੇ ਵਿੱਚ ਸਥਿਤੀਆਂ ਤਲਖ ਵੀ ਹੋ ਜਾਂਦੀਆਂ ਨੇ, ਤੇ ਜੋ ਇਤਿਹਾਸ ਹੈਗਾ, ਜੋ ਕੁਝ ਪਿੱਛੇ ਵਾਪਰਿਆ, ਜਿੱਦਾਂ ਦੀਆਂ ਵੀਡੀਓ ਵਾਇਰਲ ਹੋਈਆਂ ਨੇ, ਉਸ ਸਭ ਦੇ ਵਿੱਚ ਮਾਰਕੁੱਟ ਤੱਕ ਦੀ ਵੀ ਨੌਬਤ ਆਈ ਆ। ਕੀ ਤੁਹਾਡੇ ਨਾਲ ਕੁਝ ਇਸ ਤਰੀਕੇ ਦਾ ਵੀ ਵਿਵਹਾਰ ਹੋਇਆ ਏ, ਤਾਂ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਗੁਰੂ ਸਾਹਿਬ ਦੀ ਬੀੜ ਜਿਹੜੀ ਸੀਗੀ ਉਹ ਨਾਲ ਜਾਣ ਲਈ ਕੋਈ ਤਾਈਦ ਕੀਤੀ ਸੀ ਉਹਨਾਂ ਨੂੰ, ਜਾਂ ਚੁੱਪ ਕਰਕੇ ਉਹ ਆਏ ਲੈ ਗਏ ਤੇ ਤੁਸੀਂ ਉਸ ਚੀਜ਼ ਨੂੰ ਕਬੂਲ ਕਰ ਲਿਆ ਉਸ ਸਮੇਂ? ਸਰ ਜੀ ਮੈਂ ਇਹਦੇ ਸੰਬੰਧ ਦੇ ਵਿੱਚ ਕਹਿਣਾ ਚਾਹੁੰਦਾ ਵੀ ਮੈਂ ਜਿੰਨੇ ਉਹਨਾਂ ਦੇ ਤਰਲੇ ਕੱਢੇ ਆ, ਮੈਂ ਰਾਦਰ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਸਾਹਿਬ ਤੋਂ ਬਗੈਰ ਨਹੀਂ ਰਹਿ ਸਕਦਾ, ਮੈਂ ਮਰ ਜਾਊਂਗਾ। ਆ ਵੀ ਲਫ਼ਜ਼ ਮੈਂ ਕਿਹਾ। ਮੈਂ ਕਿਹਾ ਜੇ ਉਹਨਾਂ ਦੇ ਕੋਲ ਕੋਈ ਹੈਗੇ ਤੇ ਇਹ ਵੀ ਸੁਣ ਲਿਓ। ਲਫ਼ਜ਼ ਮੈਂ ਕਿਹਾ ਵੀ ਮੈਂ ਗੁਰੂ ਸਾਹਿਬ ਤੋਂ ਬਗੈਰ ਨਹੀਂ ਰਹਿ ਸਕਦਾ। ਮੈਂ ਇਹਨਾਂ ਦਾ 76 ਤੋਂ ਜੁੜਿਆ ਹੋਇਆ। ਪਹਿਲਾਂ ਮੈਂ ਇਹਦਾ ਬਚਪਨ ਤੋਂ ਮੈਂ ਮਹਾਰਾਜ ਦੀ ਜਿਹੜਾ ਪਾਠ ਕਰਦਾ, ਤਾਂ ਇਸ ਕਰਕੇ ਜਿਹੜਾ ਵੀ ਤੁਸੀਂ ਜਾਣਦੇ ਹੋ ਉਹਨਾਂ ਨੂੰ ਬਾਰ-ਬਾਰ ਮੈਂ ਮਿੰਨਤ ਪਾਈ। ਫਿਰ ਮੈਂ ਜਿਹੜਾ ਬਤੌਰ ਆਪਣੇ ਜਿਹੜਾ ਮੇਰੇ ਏਜ ਦਾ ਮਸਲਾ ਸੀ ਉਹਦੇ ਸੰਬੰਧ ਵਿੱਚ ਜਦੋਂ ਮੈਂ ਆਲੇ ਦੁਆਲੇ ਨਿਗਾਹ ਮਾਰੀ ਤੇ ਮੈਨੂੰ ਐਂ ਲੱਗਦਾ ਸੀ ਵੀ ਜੇ ਮੈਂ ਮਾੜਾ ਜਿਹਾ ਰਜਿਸਟਰ ਕੀਤਾ ਤੇ ਮੈਨੂੰ ਮਾਰਨਗੇ ਤੇ ਮੈਨੂੰ ਮਾਰ ਵੀ ਸਕਦੇ ਆ।
ਤੋ ਇਸ ਕਰਕੇ ਮੈਂ ਇਸ ਡਰ ਵਜੋਂ ਮੈਂ ਇੱਕੋ ਹੀ ਹਥਿਆਰ ਰਖਾਇਆ ਵੀ ਮੈਂ ਇਹਨਾਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਖਾਲਸਾ ਜੀ ਸਿੰਘ ਸਾਹਿਬ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਉਹਦੀ ਮਾਫੀ ਚਾਹੁੰਦਾ, ਪਰ ਮਸਲਾ ਇਸ ਚੀਜ਼ ਦਾ ਹੈ ਵੀ ਤੁਸੀਂ ਬੀੜ ਸਾਹਿਬ ਨਾ ਖੜੋ, ਇਹ ਮੇਰੀ ਜਿੰਦ ਜਾਨ ਆ। ਮੈਂ ਇਕੱਲਾ ਮਤਲਬ ਇਹਦਾ ਪਾਠ ਹੀ ਨਹੀਂ ਕਰਦਾ, ਮੈਂ ਇਹਦੇ ਵਿੱਚੋਂ ਕਈ ਵਾਰੀ ਜਿਹੜੀ ਆ ਕੋਈ ਲਿਖਣ ਲਈ ਵੀ ਇਹਦੇ ਵਿੱਚੋਂ ਮੈਂ ਕੋਈ ਤੱਥ ਲੈਣਾ ਆ ਵੀ ਤੁਸੀਂ ਨਾ ਜਦੋਂ ਲੱਦਣ ਲੱਗੇ ਆ ਮਹਾਰਾਜ ਨੂੰ ਤੇ ਉੱਪਰਲੇ ਬੰਨੇ ਜਿਵੇਂ ਉਹ ਸਵਾਰੀ ਉਹਦੀ ਚੜ੍ਹਾਉਣ ਲੱਗਿਆ ਮੈਂ ਉਸ ਲਈ ਵੀ ਮੂਹਰੇ ਹੋਇਆ, ਮੈਂ ਉਸ ਲਈ ਵੀ ਬੇਨਤੀ ਕੀਤੀ ਆ ਵੀ ਧੱਕਾ ਨਾ ਕਰੋ ਮੇਰੇ ਨਾਲ, ਲੇਕਿਨ ਉਹ ਬਾਜ਼ ਨਹੀਂ ਆਏ। ਜੇ ਮੈਂ ਉਹਨਾਂ ਦੇ ਗੱਲ ਪੈਂਦਾ ਤੇ ਉਹ ਹੋ ਸਕਦਾ ਵੀ ਜੋ ਪਹਿਲਾਂ ਇਹ ਕਰਦੇ ਰਹੇ ਆ ਉਹ ਉਸ ਵੇਲੇ ਮੇਰੇ ਨਾਲ ਰਿਪੀਟ ਕਰ ਸਕਦੇ ਸੀ ਤੇ ਇਸ ਕਰਕੇ ਮੈਂ ਆਪਣੇ ਆਪ ਬਚਾਉਣ ਲਈ ਵੀ ਮੈਂ ਆਪ ਬਚਾਇਆ, ਪਰ ਇਹਨਾਂ ਵੱਲੋਂ ਕੋਈ ਇਹੋ ਜਿਹਾ ਪੁਆਇੰਟ ਨਹੀਂ ਸੀ ਵੀ ਇਹ ਮੈਨੂੰ ਸਪੇਅਰ ਕਰਦੇ ਉਸ ਵੇਲੇ। ਅੱਛਾ, ਇੱਕ ਚੀਜ਼ ਹੋ ਰਿਹਾ, ਉਹ ਸਾਰਾ ਕੁਝ ਹੋ ਵਾਪਰ ਗਿਆ, ਉਸ ਤੋਂ ਬਾਅਦ ਜਿਹੜਾ ਆ ਕੋਈ ਤੁਹਾਡੇ ਵੱਲੋਂ ਤਰੱਦਦ ਕੀਤਾ ਗਿਆ ਹੋਵੇ ਗੁਰੂ ਸਾਹਿਬ ਦੀ ਬੀੜ ਜਿਹੜੀ ਆ ਉਹਨੂੰ ਵਾਪਸ ਘਰ ਦੇ ਵਿੱਚ ਲਿਆਉਣ ਲਈ, ਸਤਿਕਾਰ ਕਮੇਟੀ ਦੇ ਕਿਸੇ ਮੈਂਬਰ ਨਾਲ ਰਾਬਤਾ ਬਣਿਆ ਹੋਵੇ, ਉਹਨੇ ਕੋਈ ਰਾਹ ਦੱਸਿਆ ਹੋਵੇ, ਜਾਂ ਇਹਦੇ ਨਾਲ ਜਿਹੜੇ ਹੋਰ ਰਾਹ ਬਚਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਰਾਹ ਬਚਦਾ ਉਹਨਾਂ ਨੂੰ ਸ਼ਿਕਾਇਤ ਕਰਨਾ ਜਾਂ ਉਹਨਾਂ ਦੇ ਅੱਗੇ ਮੰਗ ਰੱਖਣਾ, ਜਾਂ ਫਿਰ ਪੁਲਿਸ ਕਾਰਵਾਈ ਤੱਕ ਦੀ ਜਿਹੜੀ ਗੱਲ, ਕੀ ਇਹਨਾਂ ਰਸਤਿਆਂ ਨੂੰ ਤੁਸੀਂ ਅਖਤਿਆਰ ਕੀਤਾ, ਕਿੱਥੋਂ ਤੱਕ ਪਹੁੰਚਿਆ ਮਾਮਲਾ ਹੁਣ? ਮੈਂ ਸਰ ਜੀ ਜਦੋਂ ਉਹ ਰਾਤ ਸੀਗੀ ਜਿਹੜੀ 9 ਦੀ ਰਾਤ ਆ, 9 ਦੀ ਰਾਤ ਦੇ ਵਿੱਚ ਮੈਂ ਜਥੇਦਾਰ ਸਰਦਾਰ ਆਪਣੇ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਨੂੰ ਬਾਰ-ਬਾਰ ਮੈਂ ਫੋਨ ਕੀਤੇ ਆ। ਇਹ ਹੋ ਸਕਦਾ ਵੀ ਉਹਨਾਂ ਦਾ ਦਫ਼ਤਰ ਬੰਦ ਹੋਵੇ, ਇਹ ਹੋ ਸਕਦਾ ਉਹਨਾਂ ਨੇ ਚੱਕਿਆ ਨਾ ਹੋਵੇ, ਉਹਨਾਂ ਨੇ ਫੋਨ ਨਹੀਂ ਚੱਕਿਆ। ਮੈਂ WhatsApp ਤੋਂ ਉਹਨਾਂ ਦਾ ਫੋਨ ਕਢਾ ਕੇ ਤੇ ਫਿਰ ਮੈਂ ਨਿਆਣੇ ਤੋਂ ਉਹ ਮੈਂ ਲਿਆ ਸੀ ਤਾਂ ਉਹਦੇ ਕਰਦਾ ਰਿਹਾ। ਨੰਬਰ 2 ਫਿਰ ਉਸ ਵੇਲੇ ਮੈਂ ਆਪਣੇ ਭਾਣਜਾ ਜੋ ਜਲੰਧਰ ਤੈਨਾਤ ਆ ਪੁਲਿਸ ਦੇ ਵਿੱਚ, ਮੈਂ ਉਹਨੂੰ ਕੀਤਾ ਵੀ ਕਾਕਾ ਇੱਦਾਂ ਹੋਈ ਆ। ਉਹ ਕਹਿੰਦਾ ਜੀ ਮੈਨੂੰ ਪਤਾ ਲੱਗ ਗਿਆ, ਤੇ ਮੈਂ ਕਿਹਾ ਵੀ ਉਹ ਹੁਣ ਕਰ ਇਹਦਾ ਹੀਲਾ। ਕਹਿੰਦਾ ਜੀ ਮੈਂ ਦੇਖਦਾ ਵੀ ਬੰਦੇ ਕੌਣ ਸੀਗੇ ਪਹਿਲਾਂ, ਕਿਉਂਕਿ ਉਹ ਚੜ੍ਹਨ ਲੱਗਿਆ ਤਾਂ ਮੈਨੂੰ ਕੇਵਲ ਉਸ ਇੱਕੋ ਬੰਦੇ ਦੇ ਨਾਂ ਦਾ ਪਤਾ ਲੱਗਾ ਸੀ, ਇਹ ਨਹੀਂ ਪਤਾ ਸੀ ਵੀ ਉਹਦੇ ਵੇਅਰਬਾਊਟਸ ਕਿੱਥੇ ਆ, ਕਿੱਥੇ ਰਹਿੰਦਾ ਜਾਂ ਕੀ ਕਰਦਾ ਇਹ। ਉਹ ਇੰਨਾ ਕੁ ਮੈਨੂੰ ਪਤਾ ਲੱਗਾ ਵੀ ਬਲਵੀਰ ਸਿੰਘ ਆ, ਇਹ ਸਰਦਾਰ ਬਲਵੀਰ ਸਿੰਘ ਆ। ਤੇ ਮੈਨੂੰ ਤਾਂ ਤਕਲੀਫ ਹੋਈ ਬਲਵੀਰ ਸਿੰਘ, ਮੈਂ ਉਹਨੂੰ ਪੁੱਛਿਆ ਵੀ ਬਲਵੀਰ ਸਿੰਘ ਆ। ਉਹ ਫਿਰ ਦੂਏ ਦਿਨ ਸਵੇਰ ਨੂੰ ਉਹਦਾ ਟੈਲੀਫੋਨ ਮੈਨੂੰ ਆ ਗਿਆ, ਕਹਿੰਦਾ ਮਾਮਾ ਜੀ ਉਹ ਜਿਹੜਾ ਬਲਵੀਰ ਸਿੰਘ ਆ ਉਹ ਮੂਸੇਵਾਲ ਮੁੱਛਲਾਂ ਦਾ ਆ, ਵੀ ਉਹ ਮੁੱਛਲ ਵੀ ਉਹ ਇਹ ਹੀ ਕੰਮ ਕਰਦਾ ਆ, ਵੀ ਤੁਸੀਂ ਚੰਗਾ ਹੋਇਆ ਤੁਸੀਂ ਉਹ ਤੋਂ ਬਚ ਗਏ ਉਹਦੇ ਚੱਕਰ 'ਚੋਂ, ਨਹੀਂ ਤਾਂ ਉਹ ਸੱਟ ਵੀ ਮਾਰਦਾ। ਤੇ ਮੇਰੇ ਕਹਿੰਦਾ ਮਤਲਬ ਵੀ ਮੈਂ ਉਹਨਾਂ ਨੂੰ ਵੀ ਕਿਹਾ, ਤਾਂ ਫਿਰ ਮੈਂ ਜਿਹੜੀ ਸੀਗੀ ਆਪ ਹੀ ਜਿਹੜਾ ਸੀਗਾ ਉਹ ਲੈਟਰ ਲਿਖਿਆ ਸਿੰਘ ਸਾਹਿਬ ਨੂੰ ਵੀ ਤੇ ਪੁਲਿਸ ਨੂੰ ਵੀ। ਪਰ ਉਦਣ ਕੋਈ ਬੰਦਿਆਂ ਦੀ ਆਮਦ ਕਰਕੇ ਤੇ ਜਾਂ ਹੋਰ ਜਿਹੜੇ ਕੋਈ ਬੰਦੇ ਸੀਗੇ ਜਿਹੜੇ ਮੇਰੇ ਸਨੇਹੀ ਸੀ ਕੋਈ, ਉਹਨਾਂ ਦੀ ਆਮਦ ਕਰਕੇ ਮੈਂ ਉਸ ਦਿਨ ਪੁਲਿਸ ਨੂੰ ਨਹੀਂ ਕਰ ਸਕਿਆ। ਮੈਂ ਦੂਏ ਦਿਨ ਜਾ ਕੇ ਪੁਲਿਸ ਨੂੰ ਉੱਥੇ ਜਾ ਕੇ ਰਿਪੋਰਟ ਦਰਜ ਕਰਾਈ ਆ। ਉਹ ਮੈਨੂੰ ਕਹਿੰਦੇ ਤੁਸੀਂ ਤੁਹਾਡੀ ਚੌਕੀ ਜਿਹੜੀ ਆ ਪੈਂਦੀ ਆ ਘਦਾਲੇ ਤੇ ਉੱਥੇ ਜਾਓ। ਮੈਂ ਕਿਹਾ ਜੀ ਮੈਂ ਤਾਂ ਇੱਥੇ SHO ਸਾਹਿਬ ਕੋਲ ਦੇਣਾ ਆ, ਇਹਨਾਂ ਨੂੰ ਦੇਣੀ ਆ। ਉਹਨਾਂ ਨੇ ਫਿਰ ਮੇਰੀ ਉਹ ਰਿਪੋਰਟ ਜਿਹੜੀ ਦਰਜ ਕਰ ਲਈ ਸੀ, ਮੇਰੇ ਕੋਲ ਉਹਦਾ ਨੰਬਰ ਪਿਆ ਉਹਦਾ, ਤੇ ਉਹਨਾਂ ਨੇ ਗਾਂਹ ਕੀਤਾ ਕੀ ਨਹੀਂ ਕੀਤਾ। ਉਹ ਕੱਲ੍ਹ ਮੇਰੇ ਕੋਲ ਆਏ ਤਾਂ ਸੀ, ਉਹ ਦੇਖ ਕੇ ਸਿਚੁਏਸ਼ਨ ਮੇਰੀ ਕਮਰੇ ਦੀ ਵੀ ਤੇ ਮੇਰੀ ਘਰ ਗੱਲਬਾਤ ਵਾਲੇ ਦਿਨੋਂ ਸੁਣ ਕੇ ਉਹ ਚਲੇ ਗਏ ਆ। ਤੇ ਉਹਨਾਂ ਦਾ ਅੱਜ ਮੈਨੂੰ ਟੈਲੀਫੋਨ ਆਇਆ ਸੀ ਵੀ ਤੁਹਾਨੂੰ ਕੱਲ੍ਹ ਨੂੰ 11 ਵਜੇ ਤੁਸੀਂ ਥਾਣੇ ਪਹੁੰਚਿਓ। ਅੱਛਾ, ਇੱਕ ਚੀਜ਼ ਹੋ ਰਿਹਾ ਨਾ, ਜਦੋਂ ਅਸੀਂ ਪੁਲਿਸ ਕਾਰਵਾਈ ਦੀ ਗੱਲ ਕਰਦੇ ਨਾ, ਇੱਦਾਂ ਦੇ ਮਾਮਲਿਆਂ ਦੇ ਵਿੱਚ ਪੁਲਿਸ ਹਰ ਕਦਮ ਫੂਕ ਕੇ ਰੱਖਦੀ ਹੈ, ਕਿਉਂਕਿ ਮਸਲਾ ਧਾਰਮਿਕ ਹੋ ਜਾਂਦਾ ਨਾ, ਤੇ ਫਿਰ ਉੱਥੇ ਕਾਨੂੰਨ ਨੂੰ ਵੀ ਕਈ ਵਾਰੀ ਬਹੁਤ ਸੰਭਲ ਕੇ ਚੱਲਣਾ ਪੈਂਦਾ। ਪਰ ਮਸਲਾ ਕਿਉਂਕਿ ਧਾਰਮਿਕ ਹੈ, ਤੇ ਧਾਰਮਿਕ ਮਸਲੇ ਜੇ ਸਿੱਖੀ ਨਾਲ ਸੰਬੰਧਿਤ ਹੈ, ਤੇ ਇੱਕ ਸਿੱਖ ਲਈ ਜਿਹੜੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਹੈ, ਉੱਥੇ ਜਾ ਕੇ ਉਹਨੇ ਗੁਹਾਰ ਲਾਉਣੀ ਹੁੰਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੱਕ ਕੋਈ ਰਾਬਤਾ ਬਣਿਆ, ਉਦੋਂ ਬਾਅਦ ਕੋਈ ਗੱਲ ਹੋਈ ਜਥੇਦਾਰ ਸਾਹਿਬ ਨਾਲ, ਸਿੰਘ ਸਾਹਿਬ ਨਾਲ, ਜਾਂ ਦਫ਼ਤਰ ਦੇ ਵਿੱਚ ਕੋਈ ਗੱਲ ਹੋਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਅਧਿਕਾਰੀ ਦੇ ਨਾਲ, ਜਿਹਦੇ ਤੋਂ ਬਾਅਦ ਤੁਹਾਨੂੰ ਲੱਗਾ ਹੋਵੇ ਕਿ ਕੁਝ ਹੋ ਸਕਦਾ ਇਸ ਮਾਮਲੇ 'ਚ? ਇਸ ਦੇ ਸੰਬੰਧ ਦੇ ਵਿੱਚ ਮੈਂ ਇਹੀ ਮੈਂ ਗੱਲ ਕਹਿਣੀ ਚਾਹਾਂਗਾ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਤਾਂ ਚਿੱਠੀ ਤੇ ਮੇਲ ਕਰਕੇ ਕਰ ਦਿੱਤੀ ਸੀ, ਕਿਉਂਕਿ ਜਦੋਂ ਮੈਂ ਗਿਆ ਸੀ ਉਹਨਾਂ ਨੂੰ ਵੀ ਸਪੀਡ ਪੋਸਟ ਕਰਨ ਲਈ, ਤੇ ਪਹਿਲੇ ਦਿਨ ਤਾਂ ਮਿਲੇ ਨਹੀਂ ਸੀ ਕਿਉਂਕਿ ਮੈਂ ਬਾਰ-ਬਾਰ ਫੋਨ ਕਰਦਾ ਰਿਹਾ, ਮਿਲੇ ਨਹੀਂ ਮੈਨੂੰ। ਤੇ ਉਹ ਚਿੱਠੀ ਦੇ ਵਿੱਚ ਮੈਂ ਕਿਹਾ ਜਿਹੜਾ ਮੇਰੇ ਹਾਲਾਤ ਆ ਉਹ ਸਮਝ ਲੈਣਗੇ ਚਿੱਠੀ ਤੋਂ, ਤਾਂ ਇਸ ਕਰਕੇ ਫਿਰ ਮੈਂ ਚਿੱਠੀ ਮੇਲ ਕਰਿਆ ਸੀ। ਤੇ ਆਹ 2 ਮੇਰਾ ਖਿਆਲ ਜਾਂ 1 ਜਾਂ 2 ਛੁੱਟੀਆਂ ਆ ਆਪਣੇ ਜਨਮ ਅਸ਼ਟਮੀ ਦੀਆਂ, ਇਸ ਕਰਕੇ ਜੇ ਡਾਕ ਨਾ ਗਈ ਹੋਵੇ। ਦੂਜੇ ਪਾਸੇ ਕੁਝ ਮੇਰੇ ਜਿਹੜੇ ਸਨੇਹੀ ਆ, ਮੇਰੇ ਕੋਈ ਨੇੜੇ ਦੇ ਬੰਦੇ ਆ, ਉਹ ਯਤਨ ਕਰ ਰਹੇ ਆ ਵੀ ਸਿੰਘ ਸਾਹਿਬ ਦੇ ਨਾਲ ਗੱਲ ਕੀਤੀ ਜਾਵੇ। ਅੱਜ ਵੀ ਮੈਨੂੰ ਟੈਲੀਫੋਨ ਆਇਆ, ਜਿਹੜੇ ਆਪਣੇ SGPC ਦੇ ਮੈਂਬਰ ਆ ਬੀਬੀ ਰਣਜੀਤ ਕੌਰ, ਉਹਦਾ ਹਸਬੈਂਡ ਆ ਪ੍ਰੋਫੈਸਰ ਰੁਪਿੰਦਰ ਸਿੰਘ, ਇਹ ਮੇਰੇ ਕਾਲਜ ਦੇ ਵਿੱਚ ਹੀ ਮੇਰੇ ਕੋਲ ਉੱਥੇ ਪ੍ਰੋਫੈਸਰ ਸੀਗਾ ਗੜ੍ਹਸ਼ੰਕਰ, ਤੇ ਉਹ ਕਹਿੰਦਾ ਜੀ ਅਸੀਂ ਯਤਨ ਕਰ ਰਹੇ ਹਾਂ ਵੀ ਤੁਹਾਡੀ ਜਿਹੜੀ ਆ ਗੱਲਬਾਤ ਉਹਨਾਂ ਦੇ ਨਾਲ ਕੀਤੀ ਜਾਵੇ ਔਰ ਤੁਹਾਡੀ ਗੱਲ ਵੀ ਕਰਾਈ ਜਾਵੇ। ਤੇ ਮੈਂ ਫਿਰ ਜਿਹੜਾ ਦੂਆ ਉਹ ਵੀ ਸਾਡਾ ਰਿਸ਼ਤੇਦਾਰ ਆ ਆਪਣੇ ਭੁੱਲਿਆਰ ਰਾਠਾਂ ਜਿਹੜਾ ਉਹ ਵੀ SGPC ਦਾ ਮੈਂਬਰ ਆ, ਮੈਂ ਉਹਨੂੰ ਗੱਲ ਵੀ ਕੀਤੀ ਸੀਗੀ, ਲੇਕਿਨ ਉਹਨੇ ਕੋਈ ਪਤਾ ਸੀਰੀਅਸ ਨਹੀਂ ਇਸ ਮਸਲੇ ਨੂੰ ਲਿਆ। ਤੇ ਫਿਰ ਉਹ ਬੰਦੇ ਯਤਨ ਕਰ ਰਹੇ ਆ,
ਤੇ ਇਸ ਤਰ੍ਹਾਂ ਕੁਝ ਹੋਰ ਸੁਨੇਹੇ ਵੀ ਯਤਨ ਕਰ ਰਹੇ ਹੋਣਗੇ। ਕਿਵੇਂ ਮੈਨੂੰ ਉਹਨਾਂ ਦਾ ਟੈਲੀਫੋਨ ਵੀ ਆਇਆ ਸੀ, ਆਪਣੇ ਚੇਤਨ ਸਿੰਘ ਜਿਹੜਾ ਭਾਸ਼ਾ ਪਾਠ ਡਾਕਟਰ ਆ, ਉਹ ਮੇਰਾ ਸਟੂਡੈਂਟ ਆ ਬੜਾ ਪਿਆਰਾ, ਤੇ ਉਹਦਾ WhatsApp ਦੇ ਉੱਤੇ ਬਿਆਨ ਵੀ ਆਇਆ ਸੀਗਾ, ਆਪਣੇ ਕੋਲ ਲਿਖਿਆ ਵੀ ਸੀ ਉਹਨਾਂ ਨੇ, ਤੇ ਉਹਨਾਂ ਦਾ ਆਇਆ ਸੀਗਾ ਵੀ ਅਸੀਂ ਕਰ ਰਹੇ ਹਾਂ ਹੀਲਾ, ਤੁਹਾਡਾ ਨਾਲ ਗੱਲਬਾਤ ਕਰਾਤੀ ਜਾਵੇ ਜਥੇਦਾਰ ਸਾਹਿਬ ਦੀ। ਜਿੱਦਣ ਜਥੇਦਾਰ ਸਾਹਿਬ ਦੀ ਮੇਰੇ ਨਾਲ ਗੱਲਬਾਤ ਹੋ ਗਈ, ਉਸ ਤੋਂ ਬਾਅਦ ਜਿਹੜੀ ਫਿਰ ਮੈਂ ਗੱਲ ਦੱਸਾਂਗਾ ਵੀ ਉਹਨਾਂ ਨੇ ਕੀ ਮੇਰੇ ਨਾਲ ਗੱਲ ਜਿਹੜੀ ਕੀਤੀ ਜਾਂ ਕੀ ਨਹੀਂ ਦੱਸੀ ਇਸ ਵੇਲੇ, ਕਿਉਂਕਿ ਮੇਰੀ ਗੱਲ ਨਹੀਂ ਹੋਈ, ਇਸ ਕਰਕੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਉਹਨਾਂ ਦਾ ਕੀ ਖਿਆਲ ਹੈ ਇਸ ਬਾਰੇ। ਪਰ ਮੈਂ ਜਿਹੜੀ ਉਹਨਾਂ ਨੂੰ ਇੱਕ ਚਿੱਠੀ ਲਿਖੀ ਆ, ਉਹਦੇ ਵਿੱਚ ਆਖਰੀ ਮੇਰੀਆਂ ਲਾਈਨਾਂ ਨੇ ਪਰ ਜੇ ਤਾਂ ਤੁਹਾਡੇ ਬੰਦੇ ਆ, ਇਹਨਾਂ ਨੂੰ ਜ਼ਬਤ ਵਿੱਚ ਰੱਖਣ ਦੀ ਨਸੀਹਤ ਦਿੱਤੀ ਜਾਵੇ। ਜੇ ਤੁਹਾਡੇ ਬੰਦੇ ਨਹੀਂ ਤੇ ਇਹਨਾਂ ਬੰਦਿਆਂ ਦੇ ਉੱਤੇ ਪੂਰਾ ਕਾਬੂ ਕੀਤਾ ਜਾਵੇ, ਨਹੀਂ ਤਾਂ ਤੁਹਾਡੇ ਇਹ ਧਰਮ ਦੇ ਵਿੱਚ ਬਹੁਤ ਵੱਡੇ ਮਾਰੂ ਸਿੱਧ ਹੋਣਗੇ ਜੀ। ਮੈਂ ਲਾਸਟ ਲਾਈਨਾਂ 2 ਜਿਹੜੀਆਂ ਇਹ ਲਿਖੀਆਂ, ਤੇ ਬਾਕੀ ਹੁਣ ਉਹ ਸਿੰਘ ਸਾਹਿਬ ਮੇਰੇ ਨਾਲ ਕੀ ਗੱਲ ਕਰਦੇ ਕੀ ਨਹੀਂ ਕਰਦੇ ਉਹ ਤਾਂ ਦੇਖ ਕੇ ਪਤਾ ਲੱਗੂਗਾ। ਬਾਕੀ ਜਿੱਥੋਂ ਤੱਕ ਮੇਰਾ ਸੰਬੰਧ ਆ, ਮੈਂ ਗੁਰਬਾਣੀ ਦਾ ਅਧਿਆਪਕ ਰਿਹਾ, ਗੁਰਬਾਣੀ ਦਾ ਪੇਪਰ ਸੈਟਰ ਰਿਹਾ, ਗੁਰਬਾਣੀ ਪੜ੍ਹਦਾ ਰਿਹਾ, ਗੁਰਬਾਣੀ ਪੜ੍ਹਾਉਂਦਾ ਰਿਹਾ, ਅੱਜ ਵੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਜੀ। ਹਾਂਜੀ, ਤੇ ਇਸ ਕਰਕੇ ਗੁਰਬਾਣੀ ਜਿਹੜੀ ਆ ਇਹ ਸਰਬੱਤ ਦਾ ਭਲਾ ਮੰਗਦੀ ਆ। ਗੁਰਬਾਣੀ ਜਿਹੜੀ ਆ ਇਹ ਹਮੇਸ਼ਾ ਹੀ ਬੰਦੇ ਨੂੰ ਇੱਕ ਸਿੱਖ ਸਮਝਦੀ ਆ। ਸਿੱਖ ਮੈਂ ਨਾ ਵਿਦਿਆਰਥੀ ਆ, ਵੀ ਹਰ ਬੰਦਾ ਜਿਹੜਾ ਆ ਉਹ ਆਪਣੇ ਮਰਦੇ ਦਮ ਤੱਕ ਜਿਹੜਾ ਉਹ ਵਿਦਿਆਰਥੀ ਰਹਿੰਦਾ ਆ, ਵੀ ਇਹ 'ਚੋਂ ਸਿੱਖਿਆ ਜਾਵੇ। ਮੈਨੂੰ ਨਹੀਂ ਪਤਾ ਵੀ ਉਹ ਜਿਹੜਾ ਬਲਵੀਰ ਸਿੰਘ ਸੀ ਵੀ ਉਹਨੇ ਕੁਝ ਸਿੱਖਿਆ ਜਾਂ ਨਹੀਂ ਸਿੱਖਿਆ, ਜਾਂ ਉਹਦਾ ਸਿੱਖਣ ਦੀ ਉਹਦੀ ਨੀਤ ਵੀ ਹੈਗੀ ਆ ਕਿ ਨਹੀਂ, ਇਹ ਵੀ ਮੈਨੂੰ ਕੋਈ ਪਤਾ ਨਹੀਂਗਾ। ਪਰ ਜਿਹੜੇ ਉਹ ਕੰਮ ਕਰਦਾ ਆ ਉਹ ਤਾਂ ਉਹ ਬਹੁਤ ਦਰਿੰਦਿਆਂ ਵਾਲੇ ਕੰਮ ਕਰ ਰਿਹਾ। ਉਹ ਜੋ ਮੈਨੂੰ ਆਲੇ ਦੁਆਲੇ ਵੀ ਪਤਾ ਲੱਗਾ, ਉਹ ਤਾਂ ਇੱਕ ਬਹੁਤ ਦਰਿੰਦਗੀ ਵਾਲਾ ਬੰਦਾ ਆ, ਦਰਿੰਦਾ ਬੰਦਾ ਆ, ਜਿਹੜਾ ਮਤਲਬ ਸਿੱਖੀ ਦਾ ਗੱਲ ਤੇ ਇੱਕ ਬਣੇ ਰਹੀ, ਪਰ ਜਿਹੜਾ ਸਿੱਖੀ ਦੇ ਨਾਲ ਲੱਗਾ ਵੀ ਆ ਉਹਦਾ ਵੀ ਕਤਲ ਕਰਨ ਨੂੰ ਫਿਰਦਾ। ਉਹ ਇਹ ਬਹੁਤ ਹੈਰਾਨੀਕੁੰਨ ਜੀ ਗੱਲ ਵੀ ਕਹੀ ਜਾ ਸਕਦੀ ਹੈ ਕਿ ਇੱਕ ਪਾਸੇ ਅਸੀਂ ਸਿੱਖੀ ਦੇ ਨਾਲ ਜੋੜਨ ਦੀ ਗੱਲ ਕਰਦੇ ਹਾਂ, ਨਵੀਂ ਪੀੜ੍ਹੀ ਨੂੰ ਜੋੜਨ ਦੀ ਗੱਲ ਕਰਦੇ ਹਾਂ, ਤੇ ਦੂਜੇ ਪਾਸੇ ਪ੍ਰਸਥਿਤੀਆਂ ਇੱਦਾਂ ਦੀਆਂ ਵੀ ਕਦੀ-ਕਦੀ ਬਣਦੀਆਂ ਨਜ਼ਰ ਆਉਂਦੀਆਂ ਕਿ ਸ਼ਾਇਦ ਕੁਝ ਧਿਰਾਂ, ਕੁਝ ਲੋਕ ਕੁਝ ਕਰ ਗੁਜ਼ਰਦੇ ਨੇ ਜਿਹਦੇ ਤੋਂ ਲੱਗਦਾ ਕਿ ਜੋੜਨ ਦੀ ਬਜਾਏ ਤੋੜਨ ਵਾਲੀਆਂ ਸਥਿਤੀਆਂ ਜਿਹੜੀਆਂ ਉਹ ਜ਼ਿਆਦਾ ਬਣਦੀਆਂ ਨਜ਼ਰ ਆ ਰਹੀਆਂ ਨੇ। ਇੱਕ ਚੀਜ਼ ਜ਼ਰੂਰ ਮੈਂ ਜਸਵੰਤ ਸਿੰਘ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਡਾ ਗੁਰੂ, ਤੁਹਾਡਾ ਇਸ਼ਟ ਤੁਹਾਡੇ ਤੋਂ ਰੁੱਸਦਾ ਹੈ ਜਾਂ ਦੂਰ ਹੁੰਦਾ ਨਾ, ਤੇ ਤਕਲੀਫ ਹੁੰਦੀ ਹੈ, ਤੇ ਸਿੱਖ ਦੇ ਲਈ ਜਿਹੜਾ ਆ ਉਹ ਇੱਕ ਤਰੀਕੇ ਨਾਲ ਮਾਈ ਬਾਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਉਹਨਾਂ ਦੇ ਗੁਰੂ ਵੀ ਹੈ, ਮਾਈ ਬਾਪ ਵੀ ਹੈ, ਰਾਹ ਰੁਸ਼ਨਾਊ ਵੀ ਹੈ, ਤੇ ਫਿਰ ਉਹਨਾਂ ਸਥਿਤੀਆਂ ਦੇ ਵਿੱਚ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਆ ਇਹ ਦੂਰੀ ਜਿਹੜੀ ਆ ਉਹ ਅਹਿਸਾਸ ਜਿਹੜਾ ਉਹ ਕਿਸ ਤਰੀਕੇ ਦਾ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਕੀ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਦੂਰ ਕੀਤਾ ਜਾ ਰਿਹਾ ਆ? ਕਿਉਂਕਿ ਤੁਸੀਂ ਕਿਸੇ ਦੇ ਉੱਤੇ ਕੁਝ ਵੀ ਇਲਜ਼ਾਮ ਲਾ ਸਕਦੇ ਹੋ ਕਿ ਇਹਨਾਂ ਨੇ ਬੇਹੁਰਮਤੀ ਕੀਤੀ ਆ ਗੁਰੂ ਸਾਹਿਬ ਦੀ, ਤੇ ਉਹ ਇਲਜ਼ਾਮ ਲਾ ਕੇ ਉਹਨਾਂ ਦੇ ਕੋਲੋਂ ਉਸ ਗੁਰੂ ਨੂੰ ਖੋਇਆ ਜਾ ਸਕਦਾ। ਕੀ ਇਹ ਜਾਇਜ਼ ਹੈ? ਤੁਹਾਡੀਆਂ ਪ੍ਰਸਥਿਤੀਆਂ ਕਿਹੋ ਜਿਹੀਆਂ ਆ, ਤੇ ਜੋ ਕੁਝ ਹੋ ਰਿਹਾ ਉਹ ਕਿੰਨਾ ਕੁ ਜਾਇਜ਼ ਤੇ ਕਿੰਨਾ ਗੈਰ ਵਾਜਬ ਹੈ? ਗੁਰਬਾਣੀ ਤੇ ਦੱਸਦੀ ਹੈ ਵੀ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਉਹ ਕਹਿੰਦੇ ਵੀ ਇਹ ਸੱਚਾ ਪਾਤਸ਼ਾਹ ਤੂੰ ਮੇਰਾ ਪੇ ਵੀ ਆ, ਤੂੰ ਮੇਰੀ ਮਾਂ ਵੀ ਆ, ਤੂੰ ਮੇਰਾ ਭਰਾ ਵੀ ਆ, ਤੂੰ ਮੇਰਾ ਰਿਸ਼ਤੇਦਾਰ ਵੀ ਆ, ਤੇ ਤੂੰ ਰਾਖਾ ਵੀ ਮੇਰਾ ਤੂੰ ਹੀ ਆ। ਵੀ ਜੇ ਤੂੰ ਮੇਰੇ ਵਾਲਿਆਂ ਤਾਂ ਮੈਨੂੰ ਕੋਈ ਭਉ ਨਹੀਂ ਕਿਸੇ ਦਾ। ਗੁਰਬਾਣੀ ਤੇ ਸਿਖਾਲਦੀ ਆ, ਗੁਰਬਾਣੀ ਸਰਬੱਤ ਦਾ ਭਲਾ ਸਿਖਾਲਦੀ ਆ। ਸਭੇ ਸਾਂਝੀ ਬਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਤਾਂ ਮੈਨੂੰ ਨਹੀਂ ਇਹ ਸਮਝ ਲੱਗਦੀ ਵੀ ਇੱਕ ਬੰਦਾ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਹੋਇਆ, ਉਹਦਾ ਤੁਸੀਂ ਜਿਹੜਾ ਹੈਗਾ ਉਹ ਚੱਕ ਕੇ ਲਿਜਾ ਰਹੇ ਆ, ਤੁਸੀਂ ਸਰੂਪ ਮਹਾਰਾਜ ਦਾ ਚੱਕ ਕੇ ਲਿਜਾ ਰਹੇ ਆ ਵੀ ਉਹ ਮਹਾਰਾਜ ਦਾ ਪਾਠ ਵੀ ਨਾ ਕਰ ਸਕੇ, ਉਹ ਮਹਾਰਾਜ ਦੇ ਨਾਲ ਜੁੜ ਨਾ ਸਕੇ। ਮੈਨੂੰ ਨਹੀਂ ਸਮਝ ਆ ਰਹੀ ਵੀ ਇਹ ਬੰਦੇ ਦਾ ਮਨੋਰਥ ਜਿਹੜਾ ਆ, ਜਿਹੜੇ ਉਹ ਬੰਦੇ ਬਾਕੀ ਵੀ ਆਏ ਆ ਵੀ ਉਹ ਮਹਾਰਾਜ ਦੇ ਨਾਲ ਜੋੜਨ ਦੀ ਗੱਲ ਕਰਦੇ ਆ ਕਿ ਉਹਨਾਂ ਤੋਂ ਦੂਰ ਹੋਣ ਦੀ ਗੱਲ ਕਰਦੇ ਆ। ਸੋ ਇਸ ਕਰਕੇ ਮੈਂ ਤਾਂ ਸਮਝਦਾ ਜੀ ਵੀ ਸਿੱਖ ਨੂੰ ਸਰਬੱਤ ਦਾ ਭਲਾ ਮੰਨਣਾ ਚਾਹੀਦਾ। ਨੰਬਰ 2, ਸਿੱਖ ਨੂੰ ਜਿਹੜਾ ਹੈਗਾ ਆ ਉਹਨੂੰ ਗਿਆਨ ਚਾਹੀਦਾ ਗੁਰੂ ਦਾ, ਅਤੇ ਇਹ ਗੁਰੂ ਦੀ ਸਾਂਝ ਚਾਹੀਦੀ ਆ। ਅਤੇ ਗੁਰੂ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਉੱਪਰਲਾ ਬਾਹਰਲਾ ਢਾਂਚਾ ਉਹ ਨਹੀਂ, ਜਿਹੜਾ ਅੰਦਰਲੇ ਬੰਨੇ ਅੱਖਰੀ ਗਿਆਨ ਆ ਜੀ, ਉਹ ਆ ਜਿਹੜਾ ਉਹ ਸ਼ਬਦ ਜਿਹੜਾ ਹੈਗਾ ਜੀ, ਉਹ ਗੁਰੂ ਦਾ ਸ਼ਬਦ ਜਿਹੜਾ ਆ ਉਹ ਸ਼ਬਦ ਦੇ ਨਾਲ ਜੁੜਨ ਦੀ ਲੋੜ ਆ। ਉਹਨਾਂ ਨੇ ਸ਼ਬਦ ਦਿੱਤਾ, ਜਿਹੜਾ ਗੁਰੂ ਦਾ ਸ਼ਬਦ ਆ ਨਾ, ਅਸਲ ਵਿੱਚ ਉਹ ਗੁਰੂ ਦਾ ਸ਼ਬਦ ਗੁਰੂ ਆ। ਅਤੇ ਜੇ ਸ਼ਬਦ ਆਪਾਂ ਪੜ੍ਹਦੇ ਹੀ ਨਹੀਂ ਅਤੇ ਫਿਰ ਆਪਾਂ ਨੂੰ ਗਿਆਨ ਕਿੱਥੋਂ ਹੋ ਜਾਊਗਾ? ਅਤੇ ਜੇ ਆਪਾਂ ਸ਼ਬਦ ਦੇ ਵਿੱਚ ਹੀ ਲੈ ਹੋ ਜਾਂਦੇ ਹਾਂ, ਭੇਦ ਹੋ ਜਾਂਦੇ ਹਾਂ, ਤਾਂ ਉਹ ਕਹਿੰਦੇ ਪਤਾ ਜੰਮਣ ਮਰਨ ਨਹੀਂ ਕੱਟਿਆ ਜਾਂਦਾ। ਮੇਰੀ ਇਹ ਗੁਰਬਾਣੀ ਤਾਂ ਕੁਛ ਇਹ ਕਹਿ ਰਹੀ ਆ। ਅਤੇ ਜਦੋਂ ਆਪਾਂ ਜਿਹੜੀ ਆ ਅੱਖਰ ਦੀ ਗੱਲ ਤਾਂ ਘੱਟ ਕਰਦੇ ਹਾਂ, ਅੱਖਰ ਦੇ ਗਿਆਨ ਦੀ ਗੱਟ ਵੀ ਘੱਟ ਕਰਦੇ ਹਾਂ, ਪਰ ਕਹਿੰਦੇ ਆ ਜੀ ਆਹ ਚੀਜ਼ ਜਿਹੜੀ ਆ ਹੋਣੀ ਚਾਹੀਦੀ, ਆਹ ਹੈ ਨਹੀਂ ਜੀ, ਆਹ ਹੈਗੀ ਆ, ਫਲਾਨੀ ਹੈਗੀ ਆ। ਇਹ ਜਿਹੜੀਆਂ ਕੋਈ ਬਹੁਤੀਆਂ ਅਹਿਮੀਅਤ ਨਹੀਂ ਰੱਖਦੀਆਂ। ਗੱਲ ਤਾਂ ਉਹ ਵੀ ਠੀਕ ਹੈ ਵੀ ਅਸੀਂ ਸਤਿਕਾਰ ਕਰਨਾ ਚਾਹੀਦਾ। ਅਤੇ ਉਹ ਤਾਂ ਕਹਿੰਦੇ ਜੋ ਦੀਸੇ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਓ ਜੀਓ।
ਵੀ ਤੁਹਾਨੂੰ ਜੇ ਕੋਈ ਸਿੱਖ ਨਜ਼ਰ ਵੀ ਆਉਂਦਾ ਨਾ ਪਰ ਭਾਈ ਉਹਦੇ ਪੈਰਾਂ ਨੂੰ ਚੁੰਮੋਦੇ ਇਹਨੂੰ ਜੀ ਤੇ ਆ ਜੋ ਪੈਰ ਮੇਰੇ ਚੁੰਮ ਕੇ ਗਿਆ ਜੀ ਇਹ ਤੇ ਤੁਹਾਡੇ ਸਾਹਮਣੇ ਆ ਤੇ ਉਹ ਬੰਦਿਆਂ ਨੇ ਧੱਕੇ ਮਾਰ ਕੇ ਮੈਨੂੰ ਪਿੱਛੇ ਕਰ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਸਰੂਪ ਜਿਹੜਾ ਮਹਾਰਾਜ ਦਾ ਲੈ ਕੇ ਚਲੇ ਗਏ ਉਹ। ਤੇ ਹੁਣ ਉਹ ਜੋ ਦੀਸੇ ਗੁਰ ਸਿੱਖੜਾ ਉਹ ਕਿੱਧਰ ਦੀ ਗੱਲ ਚੱਲ ਗਈ, ਕਿੱਧਰ ਚੱਲ ਗਈ ਤੇ ਆਪਾਂ ਕਿਹੜੀ ਗੁਰਬਾਣੀ ਦੇ ਜਿਹੜੀ ਹੈਗੀ ਆ ਉਹ ਕਿਹਨੂੰ ਲਾਗੂ ਕਰਵਾਉਂਦੇ ਫਿਰਦੇ ਆ। ਸੋ ਇਸ ਕਰਕੇ ਮੈਂ ਤਾਂ ਮਹਿਸੂਸ ਕਰਦਾ ਹਾਂ ਵੀ SGPC ਨੂੰ ਧਿਆਨ ਦੇਣਾ ਚਾਹੀਦਾ ਵੀ ਸਾਡੇ ਬੰਦੇ ਜਿਹੜੇ ਆ ਸਾਡੇ ਪ੍ਰਚਾਰਕ ਜਿਹੜੇ ਆ ਜੇ ਉਹਨਾਂ ਦਾ ਇਹ ਪ੍ਰਚਾਰਕ ਹੈ ਤਾਂ ਜੇ ਉਹਨਾਂ ਦੇ ਪ੍ਰਚਾਰਕ ਆ ਤੇ ਇਹੋ ਜਿਹੇ ਬੰਦੇ ਨੂੰ ਨੱਥ ਪਾਉਣੀ ਚਾਹੀਦੀ ਆ, ਜੇ ਉਹਨਾਂ ਦਾ ਪ੍ਰਚਾਰਕ ਨਹੀਂ ਇਹੋ ਜਿਹੇ ਬੰਦੇ ਨੂੰ ਦਬਾਉਣਾ ਚਾਹੀਦਾ। ਜੀ ਇੱਕ ਚੀਜ਼ ਮੈਂ ਜ਼ਰੂਰ ਨੁਕਤਾ ਹੁਣ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਵਿਦੇਸ਼ ਗਏ, ਉੱਥੇ ਕੀ ਖਾਧਾ ਕੀ ਨਹੀਂ ਖਾਧਾ, ਘਰ ਦੇ ਵਿੱਚ ਕੀ ਖਾਧਾ ਕੀ ਨਹੀਂ ਖਾਧਾ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਸਰੂਪ ਨੇ ਉਹਨਾਂ ਨੂੰ ਅਲਮਾਰੀ ਦੇ ਵਿੱਚ ਰੱਖਿਆ, ਕਿਤੇ ਸੁਪਨਾ ਤਾਂ ਉਹਨਾਂ ਨੂੰ ਆਇਆ ਨਹੀਂ ਹੋਏਗਾ। ਕੁਝ ਉਹਨਾਂ ਨੇ ਦੱਸਿਆ ਕਿ ਕਿਹਨੇ ਸਾਡੇ ਤੱਕ ਇਹ ਗੱਲ ਪਹੁੰਚਾਈ ਆ, ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਹੋ ਸਕਦਾ ਇਹੋ ਜਿਹਾ ਸ਼ਖਸ ਜਿਹੜਾ ਤੁਹਾਡਾ ਦੋਖੀ ਵੀ ਹੋ ਸਕਦਾ ਹੈ, ਜਾਂ ਕਹਿ ਸਕਦੇ ਕਿ ਉਹਨੂੰ ਲੱਗਾ ਹੋਵੇ, ਅਹਿਸਾਸ ਹੋਇਆ ਹੋਵੇ ਕਿ ਗਲਤ ਕੀਤਾ ਜੋ ਕੁਝ ਤੁਸੀਂ ਕੀਤਾ ਤੇ ਉਹਨੇ ਇਹ ਸਾਰਾ ਕੁਝ ਕੀਤਾ ਹੋਵੇ। ਕਿੱਥੇ ਕੁਝ ਹੋਇਆ ਵਾਪਰਿਆ ਲੱਗਦਾ ਤੁਹਾਨੂੰ ਜਿਹਦਾ ਕਰਕੇ ਇਹ ਸਭ ਕੁਝ ਉਸ ਤੋਂ ਬਾਅਦ ਘਟਿਆ ਹੈ? ਉਹਦੀਆਂ ਦੋ ਗੱਲਾਂ ਮੈਂ ਤੁਹਾਨੂੰ ਵੀ ਇੱਥੇ ਦੱਸਣੀਆਂ ਚਾਹੁੰਦਾ ਜੀ ਵੀ ਮੈਂ ਪਿੰਡ ਦਾ ਇੱਥੇ ਦਾ ਸਰਪੰਚ ਵੀ ਰਿਹਾ ਜੀ, ਮੈਂ ਪਿੰਡ ਦਾ ਨੰਬਰਦਾਰ ਵੀ ਹਾਂ, ਚੱਲ ਕੇ ਮੌਜੂਦਾ ਮੈਂ ਨੰਬਰਦਾਰ ਵੀ ਹਾਂ। ਤੀਜੀ ਗੱਲ ਜਿਹੜੀ ਆ ਮੈਂ ਇੱਥੇ ਇੱਕ ਸੁਸਾਇਟੀ ਆ ਜਿਹੜੀ ਆ ਉਹਦਾ ਪ੍ਰਧਾਨ ਵੀ ਹਾਂ ਜੀ। ਤੇ ਹੋ ਸਕਦਾ ਕੋਈ ਸੁਸਾਇਟੀ ਦੀ ਪ੍ਰਧਾਨਗੀ ਥੱਲੇ ਕੋਈ ਜਿਹੜੇ ਬੰਦਿਆਂ ਤੋਂ ਅਸੀਂ ਪੈਸੇ ਜਿਹੜੇ ਲੈਣੇ ਆ ਉਹਦੇ ਕੋਲ ਜਦੋਂ ਮੰਗਦੇ ਆ ਜਾਂ ਉਹਦੇ ਉੱਤੇ ਉਹ ਸਰਕਾਰ ਵਾਲੇ ਬੰਦੇ ਕੇਸ ਕਰ ਦਿੰਦੇ ਆ, ਉਹ ਵੀ ਕੋਈ ਦੋਖੀ ਮੇਰਾ ਹੋ ਸਕਦਾ ਜੀ। ਇੱਕ ਜਿਹੜੀ ਗੱਲ ਹੈਗੀ ਆ ਵੀ ਜਿਹੜਾ ਮੇਰਾ ਸੁਭਾਅ ਆ ਕੁਛ ਉਹ ਅਸੀਂ ਆ ਵੀ ਜੇ ਤੁਸੀਂ ਭਾਈ ਸਿੱਖਾਂ ਦੇ ਨਾਲ ਜੁੜੇ ਹੋ, ਤੁਸੀਂ ਅੰਮ੍ਰਿਤਧਾਰੀ ਬੰਦੇ ਹੋ, ਤਾਂ ਫਿਰ ਅੰਮ੍ਰਿਤਧਾਰੀ ਦੀਆਂ ਜਿਹੜੀਆਂ ਹੈਗੀਆਂ ਇਹ ਉਹ ਉੱਥੇ ਰਹੋ, ਫਿਰ ਤੁਸੀਂ ਆਲੇ ਦੁਆਲੇ ਕਬਰਾਂ ਨੂੰ ਨਾ ਜਾਓ, ਮਰਿਆਦਾ ਉਹਦੀ ਪੂਰੀ ਕਰੋ। ਜੇ ਤੁਸੀਂ ਕਬਰਾਂ ਨੂੰ ਜਾਂਦੇ ਤਾਂ ਇੱਧਰ ਨਾ ਆਓ, ਇਸ ਕਰਕੇ ਤੁਸੀਂ ਇੱਕ ਪਾਸੇ ਰਹੋ, ਜਿੱਧਰ ਤੁਸੀਂ ਜਾਣਾ ਜਾਓ, ਜਿੱਧਰ ਨਹੀਂ ਜਾਣਾ ਨਾ ਜਾਓ। ਤੇ ਇਸ ਕਰਕੇ ਮੈਨੂੰ ਐਂ ਲੱਗਦਾ ਕੋਈ ਉਹ ਦੁਖੀ ਵੀ ਹੋ ਸਕਦਾ ਕੋਈ ਨਾ ਕੋਈ, ਜਾਂ ਮਤਲਬ ਪਿੰਡ ਦੇ ਵਿੱਚ ਕਿਸੇ ਦੇ ਨਾਲ ਕੋਈ ਮੇਰੇ ਤੋਂ ਬੇਇਨਸਾਫੀ ਹੋ ਗਈ ਆ, ਜਾਂ ਕੋਈ ਮੇਰਾ ਬੰਦਾ ਸੀ ਉਹ ਮੇਰੇ ਨਾਲ ਜਿਹੜਾ ਨਾਰਾਜ਼ ਹੋ ਗਿਆ ਮੈਂ ਉਹਨਾਂ ਕੰਮ ਨਹੀਂ ਕਰ ਸਕਿਆ, ਇਸ ਕਰਕੇ ਪਿੰਡ ਤੋਂ ਬੰਦਾ ਵੀ ਕੋਈ ਹੋ ਸਕਦਾ, ਜਾਂ ਮਤਲਬ ਕੋਈ ਪਰਿਸਥਿਤੀਆਂ ਜਿਹੜੀਆਂ ਆ ਕੋਈ ਇਹੋ ਜਿਹੀਆਂ ਹੋਣਗੀਆਂ ਵੀ ਜਿਨ੍ਹਾਂ ਨੂੰ ਉਹਨਾਂ ਨੇ ਉਸ ਕਿਸੇ ਭਲੇ ਮਾਨਸ ਨੂੰ ਸ਼ਰੀਫ ਬੰਦੇ ਨੂੰ ਮਜਬੂਰ ਕੀਤਾ ਵੀ ਜਾ ਜਸਵੰਤ ਸਿੰਘ ਪ੍ਰਿੰਸੀਪਲ ਦੇ ਅਗੇਂਸਟ ਗੱਲਬਾਤ ਕਰਕੇ ਆਓ। ਇਹਦੀ ਮੈਂ ਹੁਣ ਜਿਹੜੀ ਹੈਗੀ ਆ ਪੜਚੋਲ ਕਰ ਰਿਹਾ, ਇਹਨੂੰ ਲੱਭ ਰਿਹਾ, ਤੇ ਹੋ ਸਕਦਾ ਵੀ ਵਾਹਿਗੁਰੂ ਕਿਰਪਾ ਕਰੂ ਮੈਂ ਲੱਭ ਲਊਂਗਾ ਵੀ ਕਿਹੜੇ ਬੰਦੇ ਦਾ ਕੰਮ ਆ ਇਹ। ਅੱਛਾ, ਹੁਣ ਇੱਕ ਆਖਰੀ ਸਵਾਲ ਹੈ, ਜੋ ਹੋਣਾ ਸੀ ਉਹ ਵਾਪਰ ਗਿਆ, ਉਸ ਤੋਂ ਬਾਅਦ ਉਹਨੂੰ ਦਰੁਸਤ ਕਰਨ ਲਈ ਤੁਸੀਂ ਪ੍ਰਕਿਰਿਆ ਚਲਾ ਰਹੇ ਹੋ, ਥਾਣੇ ਤੱਕ ਵੀ ਪਹੁੰਚ ਕੀਤੀ ਆ, ਜਥੇਦਾਰ ਸਾਹਿਬ ਤੱਕ ਤੁਸੀਂ ਪਹੁੰਚ ਜਿਹੜੀ ਆ ਉਹ ਕਰ ਰਹੇ ਹੋ, ਉਸ ਤੋਂ ਬਾਅਦ ਨਤੀਜਾ ਕਿਸ ਤਰੀਕੇ ਦਾ ਚਾਹੁੰਦੇ ਹੋ? ਪ੍ਰਿੰਸੀਪਲ ਜਸਵੰਤ ਸਿੰਘ ਇਹ ਚਾਹੁੰਦੇ ਨੇ ਕਿ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਉਹ ਵਾਪਸ ਘਰ ਆ ਜਾਵੇ ਤੇ ਗੱਲ ਇੱਥੇ ਹੀ ਠੀਕ ਠਾਕ ਹੋ ਜਾਏਗੀ, ਬਸ ਉਸ ਤੋਂ ਬਾਅਦ ਫਿਰ ਜ਼ਿੰਦਗੀ ਉਸੇ ਲੀਹ 'ਤੇ ਚੱਲਦੀ ਰਹੇਗੀ, ਜਾਂ ਇਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਅੱਜ ਤੁਹਾਡੇ ਨਾਲ ਵਾਪਰਿਆ ਕੱਲ੍ਹ ਕਿਸੇ ਹੋਰ ਗੁਰਸਿੱਖ ਨਾਲ ਨਾ ਵਾਪਰੇ, ਇਸ ਕਰਕੇ ਉਸ ਪਾਸੇ ਵੱਲ ਵੀ ਕਦਮ ਜਿਹੜੇ ਆ ਉਹ ਵਧਣੇ ਚਾਹੀਦੇ ਆ? ਜਿੱਥੋਂ ਤੀਕ ਤਾਂ ਹੈਗਾ ਜੀ ਵੀ ਉਸ ਪਾਸੇ ਲਈ ਕਦਮ ਵਧਾਉਣ ਦਾ ਮਸਲਾ ਆ, ਉਹ ਤਾਂ ਤੁਹਾਨੂੰ ਮੈਂ ਦੱਸ ਦਿੱਤਾ ਆ ਵੀ ਉਹ ਮੈਂ ਪੁਲਿਸ ਰਿਪੋਰਟ ਜਿਹੜੀ ਦਿੱਤੀ ਆ ਜੀ, ਉਹਨਾਂ ਨੇ ਮੇਰੇ ਤੋਂ ਕੱਲ੍ਹ ਬਿਆਨਾਂ ਦੀ ਗੱਲ ਕੀਤੀ ਆ, ਬਿਆਨ ਵੀ ਮੈਂ ਜਾ ਕੇ ਦਊਂਗਾ। ਜਿਹੜੇ ਮੇਰੇ ਕੋਈ ਦੋਸਤ ਮੇਰੇ ਸਨੇਹੀ ਮੇਰੇ ਜਿਹੜੇ ਮਿੱਤਰ ਆ ਜੋ ਮੇਰੀ ਇਸ ਵੇਲੇ ਮਦਦ ਕਰ ਰਹੇ ਆ, ਜੋ ਇਸ ਵੇਲੇ ਮੇਰੇ ਦੁੱਖ ਦੇ ਸਹਾਈ ਹੋਏ ਆ, ਉਹ ਜੋ ਮੈਨੂੰ ਹੁਕਮ ਕਰਨਗੇ ਵੀ ਜੇ ਤਾਂ ਇਹ ਲੜਾਈ ਲੜਨੀ ਆ ਤਾਂ ਮੈਂ ਲੜਾਈ ਵੀ ਲੜੂੰਗਾ, ਤੇ ਜੇ ਉਹਨਾਂ ਦਾ ਕੋਈ ਵਿਚਾਰਧਾਰਾ ਹੋਰ ਹੋਈ ਤੇ ਫਿਰ ਉਹ ਵੀ ਦੇਖਾਂਗਾ ਵੀ ਜੋ ਮੇਰਾ ਇਸ ਵੇਲੇ ਦੁੱਖ ਦੇ ਵਿੱਚ ਉਹ ਮੇਰੇ ਨਾਲ ਹਾਮੀ ਭਰਦੇ ਆ, ਮੇਰੇ ਬੈਕ ਦੇ ਉੱਤੇ ਖੜੇ ਆ, ਤੇ ਇਸ ਕਰਕੇ ਮੈਂ ਉਹਨਾਂ ਨੂੰ ਪੁੱਛ ਕੇ ਹੀ ਜਿਹੜਾ ਅਗਲਾ ਕਦਮ ਚੁੱਕੂੰਗਾ। ਪਰ ਜਿਹੜਾ ਹੁਣ ਇਸ ਵੇਲੇ ਮੈਂ ਚੁੱਕਿਆ ਆ ਉਹਦੀ ਪੈਰਵਾਈ ਵੀ ਕਰੂੰਗਾ ਤੇ ਕਰ ਰਿਹਾ ਜੀ। ਪੈਰਵਾਈ ਕਰੋਗੇ ਔਰ ਕਰ ਵੀ ਰਹੇ ਹੋ, ਔਰ ਉਮੀਦ ਰੱਖਦੇ ਹਾਂ ਕਿ ਜਥੇਦਾਰ ਸਾਹਿਬ ਨਾਲ ਜਦੋਂ ਤੁਹਾਡੀ ਮੁਲਾਕਾਤ ਹੋਏਗੀ ਕਿਤੇ ਤੁਹਾਡੇ ਜਿਹੜੇ ਮਸਲੇ ਆ ਉਹ ਸੁਣੇ ਵੀ ਜਾਣਗੇ ਤੇ ਉਹਨਾਂ ਨੂੰ ਹੱਲ ਵੀ ਕੀਤਾ ਜਾਏਗਾ। ਪਰ ਸਾਡਾ ਮਕਸਦ ਪ੍ਰਿੰਸੀਪਲ ਜਸਵੰਤ ਸਿੰਘ ਹੋਰਾਂ ਨਾਲ ਗੱਲ ਕਰਨ ਦਾ ਇਹ ਸੀਗਾ ਕਿ ਪਰਿਸਥਿਤੀਆਂ ਇਹ ਦੱਸਦੀਆਂ ਪਈਆਂ ਨੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਜੇ ਸਿੱਖੀ ਦੀ ਗੱਲ ਕਰਨੀ ਹੈ, ਜੇ ਗੁਰਬਾਣੀ ਦੀ ਗੱਲ ਕਰਨੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੱਲ ਕਰਨੀ ਹੈ, ਤੇ ਉਹਨੂੰ ਲੈ ਕੇ ਚਿੰਤਾ ਤੇ ਚਿੰਤਨ ਦੋਨੋਂ ਚੀਜ਼ਾਂ ਜਿਹੜੀਆਂ ਉਹ ਕਰਨ ਦੀ ਜ਼ਰੂਰਤ ਹੈ, ਕਿਉਂਕਿ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਜਿਨ੍ਹਾਂ ਤੋਂ ਲੱਗਦਾ ਹੈ ਕਿ ਇਸ ਪਰਿਸਥਿਤੀ ਤੋਂ ਬਚਿਆ ਵੀ ਜਾ ਸਕਦਾ ਆ ਤੇ ਭਵਿੱਖ ਦੇ ਵਿੱਚ ਬਚਣ ਦੀ ਲੋੜ ਵੀ ਹੈ, ਤਾਂ ਕਿ
ਮੁੜ ਕੁਝ ਇਹੋ ਜਿਹਾ ਨਾ ਵਾਪਰੇ ਜਿਹਦਾ ਕਰਕੇ ਜਿਹੜਾ ਆ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਸਾਡੀ ਨਵੀਂ ਪੀੜ੍ਹੀ ਦੇ ਸਾਹਮਣੇ ਜਿਹੜੇ ਉਹ ਨਜ਼ਰ ਆਉਣ। ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰਾ ਦੁੱਖ ਸੁਣਿਆ ਜੀ। ਮੈਂ ਲੋਕਾਂ ਦੇ ਰੂਬਰੂ ਹੋਇਆ ਤੇ ਲੋਕਾਂ ਨੂੰ ਜਿਹੜੀ ਆ ਕੋਈ ਆਲੇ ਦੁਆਲੇ ਦੀ ਜਿਹੜੀ ਭੂਮਿਕਾ ਲੋਕੀ ਬੰਦੇ ਆ ਜਾਂ ਕੋਈ ਆਪਣੇ ਲੈਵਲ ਤੇ ਗੱਲ ਕਰਦੇ ਆ, ਉਹਨਾਂ ਨੂੰ ਸੱਚ ਵੀ ਜਿਹੜਾ ਆ ਉਹਨਾਂ ਦੇ ਸਾਹਮਣੇ ਆ ਜਾਵੇ। ਇਸ ਕਰਕੇ ਮੈਂ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰ ਆ ਵੀ ਤੁਸੀਂ ਇਹ ਜਿਹੜਾ ਮੇਰਾ ਲੋਕਾਂ ਦੇ ਵਿੱਚ ਜਿਹੜਾ ਮੇਰਾ ਸੱਚ ਆ ਉਹ ਸਾਹਮਣੇ ਆ ਜਾਵੇ ਉਹਨਾਂ ਦੇ, ਤੇ ਲੋਕ ਜਿਹੜਾ ਮੇਰਾ ਸੱਚ ਸੁਣ ਲੈਣ ਵੀ ਜੋ ਕੁਝ ਹੋਇਆ ਵਾਪਰਿਆ ਜਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਉਹਨਾਂ ਬੰਦਿਆਂ ਨੇ ਜੋ ਨਿਰਾਦਰ ਕੀਤਾ ਉਹਨਾਂ ਨੇ, ਮੈਂ ਸਮਝਦਾ ਤੇ ਇਹ ਵੀ ਗੱਲ ਬੜੀ ਮਾੜੀ ਆ। ਇਹਨਾਂ ਦੇ ਇਹੋ ਜਿਹੇ ਬੰਦਿਆਂ ਦੇ ਤੋਂ ਪਿੱਛੇ ਦੂਰ ਵੀ ਰਹਿਣਾ ਚਾਹੀਦਾ ਜਾਂ ਇਹੋ ਜਿਹੇ ਬੰਦਿਆਂ ਨੂੰ ਐਂਟਰਟੇਨ ਨਹੀਂ ਕਰਨਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਮਸਲਾ ਉਹੀ ਹੈ, ਗੱਲ ਖੜਦੀ ਹੈ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੱਕ ਕਿ ਹੁਣ ਉਹ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣੀ ਦਖਲਅੰਦਾਜ਼ੀ ਦਿੰਦੇ ਆ ਤੇ ਉਸ ਦਖਲਅੰਦਾਜ਼ੀ ਤੋਂ ਬਾਅਦ ਇਸ ਮਾਮਲੇ ਨੂੰ ਨਜਿੱਠਦੇ ਕਿਵੇਂ ਆ, ਪ੍ਰਸਥਿਤੀਆਂ ਕਿੱਦਾਂ ਦੀਆਂ ਜਿਹੜੀਆਂ ਉਹ ਬਣਦੀਆਂ ਨਜ਼ਰ ਆਉਂਦੀਆਂ ਨੇ। ਫਿਲਹਾਲ ਇਜਾਜ਼ਤ ਦਿਓ ਜਸਵੀਰ ਨੂੰ ਤੇ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਨੂੰ। ਫਿਰ ਮੁਲਾਕਾਤ ਹੋਏਗੀ, ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।